ਕੱਲ੍ਹ ਦੇ ਦੀਵਾਨਾਂ ਅੰਦਰ ਆਪ ਜੀ ਨੇ ਇਤਿਹਾਸ ਸਰਵਨ ਕੀਤਾ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਲਾਹੌਰ ਦੇ ਵਿੱਚ ਮੌਜੂਦ ਹਨ। ਸਿੱਖ ਸੰਗਤਾਂ ਨੂੰ ਨਿਵਾਜ ਰਹੇ ਨੇ। ਜਿਨ੍ਹਾਂ ਨੂੰ ਵੀ ਪਤਾ ਲੱਗਦਾ ਹੈ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਆਏ ਹੋਏ ਨੇ, ਉਹ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਪਹੁੰਚਦਾ ਹੈ। ਚੰਦੂ ਨੇ ਇੱਕ ਵਾਰ ਫਿਰ ਬਾਦਸ਼ਾਹ ਨੂੰ ਆਪਣੀਆਂ ਗੱਲਾਂ ਦੇ ਰਾਹੀਂ ਐਸਾ ਉਕਸਾਇਆ ਕਿ ਗੁਰੂ ਅਰਜਨ ਦੇਵ ਜੀ ਲਾਹੌਰ ਵਿੱਚ ਆ ਗਏ, ਤੁਹਾਡੇ ਕੋਲ ਨਹੀਂ ਆਏ। ਜਹਾਂਗੀਰ ਨੇ ਉਸੇ ਵੇਲੇ ਵਜ਼ੀਰ ਖਾਨ ਨੂੰ ਭੇਜਿਆ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਲੈ ਕੇ ਆਓ। ਜਦੋਂ ਵਜ਼ੀਰ ਖਾਨ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਦਰਸ਼ਨ ਦੀਦਾਰੇ ਕੀਤੇ ਤੇ ਹੱਥ ਜੋੜ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਤੁਸੀਂ ਤਾਂ ਧੰਨ ਹੋਏ ਹੋ, ਤੁਹਾਡੇ ਮੁਖ ਤੋਂ ਉਚਾਰਨ ਕੀਤੀ ਹੋਈ ਬਾਣੀ ਜਿਹੜਾ ਪਿਆਰ ਭਾਵਨਾ ਦੇ ਨਾਲ ਇਕਾਗਰਤਾ ਵਿੱਚ ਸੁਣ ਲਵੇ, ਉਹਦੇ ਵੀ ਦੁੱਖ ਰੋਗ ਕੱਟੇ ਜਾਂਦੇ ਨੇ। ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਜਿਨ੍ਹਾਂ ਨੇ ਸੱਚੀ ਬਾਣੀ ਨੂੰ ਧਿਆਨ ਲਾ ਕੇ ਸੁਣਿਆ, ਦੁੱਖ ਰੋਗ ਸੰਤਾਪ ਉਤਰੇ। ਜਿਹੜੇ ਤਿੰਨ ਤਾਪਾਂ ਦਾ ਤਾਪ ਹਰ ਵੇਲੇ ਸਤਾਉਂਦਾ ਹੈ, ਉਹ ਸੰਤਾਪ ਵੀ ਉਤਰ ਜਾਂਦਾ ਹੈ ਜੇ ਕਿਤੇ ਰੱਬੀ ਬਾਣੀ ਨਾਲ, ਸੱਚੀ ਬਾਣੀ ਨਾਲ, ਭਾਵਨਾ ਨਾਲ ਜੁੜਿਆ ਜਾਵੇਗਾ। ਸਤਿਗੁਰੂ ਜੀ, ਮੈਂ ਸਮਝਦਾ ਕਿ ਤੁਹਾਡਾ ਰੁਤਬਾ ਕਿੰਨਾ ਉੱਚਾ ਹੈ ਔਰ ਕਿੰਨੀ ਰੱਬੀ ਬਾਣੀ ਦੇ ਖਜ਼ਾਨੇ ਤੁਹਾਡੇ ਪਾਸ ਨੇ, ਕਿੰਨਿਆਂ ਦੇ ਤੁਸੀਂ ਦੁੱਖ ਰੋਗ ਕੱਟਦੇ ਹੋ। ਪਰ ਇਸ ਵਕਤ ਮੈਂ ਸਮੇਂ ਦੇ ਬਾਦਸ਼ਾਹ ਜਹਾਂਗੀਰ ਦੇ ਹੁਕਮ ਦੇ ਵਿੱਚ ਆਇਆ ਹਾਂ। ਆਪਣੇ ਦਰਬਾਰ ਦੇ ਵਿੱਚ ਉਹਨੇ ਤੁਹਾਨੂੰ ਬੁਲਾਇਆ ਤੇ ਚੱਲਣਾ ਪੈਣਾ। ਜਦੋਂ ਇਹ ਵਜ਼ੀਰ ਖਾਨ ਨੇ ਗੁਰੂ ਪਾਤਸ਼ਾਹ ਜੀ ਨੂੰ ਇਸ ਤਰ੍ਹਾਂ ਬੇਨਤੀ ਕੀਤੀ ਹੈ, ਅਗਲੇਰੇ ਇਤਿਹਾਸ ਵਿੱਚ ਕਵੀ ਜੀ ਜੋ ਜ਼ਿਕਰ ਕਰ ਰਹੇ, ਬੜੇ ਪਿਆਰ ਸਤਿਕਾਰ ਨਾਲ ਸਰਵਣ ਕਰੋ ਜੀ। ਆਪ ਟਿਕ ਮੈਂ ਚੱਲ ਆਇਓ। ਸਤਿਗੁਰੂ ਮਹਾਰਾਜ ਜੀ, ਬਾਦਸ਼ਾਹ ਨੇ ਮੈਨੂੰ ਆਪ ਜੀ ਦੇ ਕੋਲ ਭੇਜਿਆ ਹੈ, ਜਿਸ ਕਰਕੇ ਮੈਂ ਤੁਹਾਡੇ ਕੋਲ ਚੱਲ ਕੇ ਆਇਆ ਹਾਂ। ਦੇਹੋ ਦਰਸ਼ਨ ਕੋ ਬਿਰਦ ਕਿਰਪਾਲ। ਚੱਲ ਕੇ ਤੁਸੀਂ ਜਿਹੜਾ ਆਪਣੇ ਦੀਦਾਰ ਬਖਸ਼ੋ। ਇੱਕ ਭਾਵਨਾ ਹੈ, ਇਹ ਨਹੀਂ ਕਿ ਬਾਦਸ਼ਾਹ ਨੇ ਤੁਹਾਨੂੰ ਬੁਲਾਇਆ ਤੇ ਚਲੋ ਚੱਲ ਕੇ ਜਾ ਕੇ ਬਾਦਸ਼ਾਹ ਦੇ ਦੀਦਾਰ ਕਰੋ, ਨਹੀਂ। ਸਤਿਗੁਰੂ ਜੀ ਤੁਸੀਂ ਚੱਲੋ ਔਰ ਚੱਲ ਕੇ ਦੇਹੋ ਦਰਸ਼ਨ, ਉਹਨਾਂ ਨੂੰ ਜਾ ਕੇ ਦਰਸ਼ਨ ਜਿਹੜੇ ਨੇ ਉਹਨਾਂ ਨੂੰ ਬਖਸ਼ੋ। ਬਿਰਦ ਕਿਰਪਾਲ, ਕਿਉਂਕਿ ਤੁਹਾਡਾ ਬਿਰਦ ਸੁਭਾਅ ਹੈ ਕਿਰਪਾ ਵਾਲਾ, ਤੁਹਾਡੇ ਘਰ ਵਿੱਚ ਸਦਾ ਕਿਰਪਾ ਹੀ ਵਰਤਦੀ ਹੈ। ਆਪਣੀ ਕਿਰਪਾਲੂ ਸੁਭਾਅ ਦੇ ਮੁਤਾਬਕ ਚੱਲ ਕੇ ਉਹਨਾਂ ਨੂੰ ਆਪਣੇ ਦੀਦਾਰ ਬਖਸ਼ੋ ਜੀ। ਸੁਣ ਸ੍ਰੀ ਅਰਜਨ ਬਾਕ ਬਖਾਨੇ। ਜਦੋਂ ਇਹ ਗੱਲ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸੁਣੀ, ਸੁਣ ਕੇ ਅੱਗੋਂ ਸਤਿਗੁਰੂ ਜੀ ਆਖਣ ਲੱਗੇ, ਹਮ ਇਸ ਹਿਤ ਆਏ ਮਗਚਾਲ। ਸਾਹਿਬ ਕਹਿੰਦੇ ਅਸੀਂ ਲਾਹੌਰ ਆਈ ਇਸ ਵਾਸਤੇ ਆ, ਇਸੇ ਵਾਸਤੇ ਹੀ ਆਏ ਆ। ਇਹ ਤਾਂ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਦਾ ਪਿਆਰ ਹੀ ਇੰਨਾ ਜ਼ਿਆਦਾ ਹੈ, ਜਿਨ੍ਹਾਂ ਨੂੰ ਮਿਲਦਿਆਂ ਸਮਾਂ ਲੱਗਾ। ਨਹੀਂ ਤੇ ਸਾਡਾ ਲਾਹੌਰ ਦੇ ਵਿੱਚ ਆਉਣ ਦਾ ਮਕਸਦ ਹੀ ਇਹ ਹੈ ਕਿ ਤੇਰੇ ਬਾਦਸ਼ਾਹ ਨੂੰ ਮਿਲਣਾ ਹੈ, ਸਮੇਂ ਦੇ ਬਾਦਸ਼ਾਹ ਜਹਾਂਗੀਰ ਨੂੰ ਮਿਲਣਾ ਹੈ। ਸਾਡਾ ਆਉਣਾ ਹੀ ਇਸੇ ਵਾਸਤੇ ਹੈ। ਕਰਤ ਪ੍ਰਤੀਖਨ ਸਮਾਸੋ ਪਹੁੰਚਿਓ। ਅਸੀਂ ਤਾਂ ਸਮੇਂ ਦੀ ਉਡੀਕ ਦੇ ਵਿੱਚ ਸਾਂ ਕਿ ਉਹ ਸਮਾਂ ਬਣ ਆਵੇ, ਉਹ ਘੜੀ, ਉਹ ਪਲ, ਤੇ ਹੁਣ ਉਹ ਸਮਾਂ ਜਿਹੜਾ ਉਹ ਆ ਗਿਆ ਹੈ। ਨਿਮਕੈ ਭਏ ਤਿਆ ਇਸ ਨਾਲ। ਸਾਹਿਬ ਕਹਿੰਦੇ ਚੱਲ, ਅਸੀਂ ਹੁਣੇ ਹੀ ਤੇਰੇ ਨਾਲ ਚੱਲਣ ਵਾਸਤੇ ਤਿਆਰ ਹਾਂ। ਚੜ ਖਾਸੇ ਪਰ ਗਮਨੇ ਸਤਿਗੁਰ। ਸਤਿਗੁਰੂ ਜੀ ਉਸੇ ਵੇਲੇ ਪਾਲਕੀ ਦੇ ਵਿੱਚ ਬੈਠ ਗਏ ਜਾਣ ਵਾਸਤੇ। ਜਦੋਂ ਉਹਨੇ ਆਖਿਆ ਵੀ ਤੁਹਾਨੂੰ ਬਾਦਸ਼ਾਹ ਨੇ ਬੁਲਾਇਆ, ਮਹਾਰਾਜ ਕਹਿੰਦੇ ਸਾਡੇ ਆਉਣ ਦਾ ਮਕਸਦ ਹੀ ਇੱਥੇ ਹੈ। ਉਸੇ ਵੇਲੇ ਸਾਹਿਬ ਜੀ ਖਾਸਾ ਮੈਨੇ ਪਾਲਕੀ ਵਿੱਚ ਬੈਠੇ ਹਨ। ਪੰਜ ਸਿੰਘਲੇ ਸੰਗ ਵਿਸਾਲ। ਜਿਹੜੇ ਅੰਮ੍ਰਿਤਸਰ ਸਾਹਿਬ ਤੋਂ 5 ਸਿੱਖ ਨਾਲ ਆਏ ਨੇ, ਉਹ ਸਤਿਗੁਰੂ ਜੀ ਦੇ ਨਾਲ ਹਨ। ਕਰ ਹੈ ਹਜ਼ਾਰੋ ਬੰਧਨ ਮਗ ਮੈਂ। ਹੁਣ ਜਦੋਂ ਪਾਲਕੀ ਚੱਲ ਰਹੀ ਹੈ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਦੀ, ਤਾਂ ਜਿੰਨੇ ਵੀ ਰਸਤੇ ਵਿੱਚ ਆਸ-ਪਾਸ ਜਿਨ੍ਹਾਂ ਨੂੰ ਪਤਾ ਲੱਗਦਾ ਹੈ, ਉਹ ਆ ਕੇ ਫਿਰ ਸਤਿਗੁਰੂ ਜੀ ਦੇ ਦਰਸ਼ਨ ਕਰ ਰਹੇ ਆ। ਉਸ ਰਾਹ ਤੇ ਜਿਸ ਰਸਤੇ ਸਤਿਗੁਰੂ ਜੀ ਜਾ ਰਹੇ ਨੇ, ਆ ਕੇ ਹੱਥ ਜੋੜ ਨਮਸਕਾਰਾਂ ਕਰ ਰਹੇ ਆ ਔਰ ਸਤਿਗੁਰੂ ਜੀ ਦੇ ਦਰਸ਼ਨ ਕਰ ਰਹੇ ਹਨ। ਅਰੇ ਹੋਏ ਪਿਕਹਿਤ ਸਨਮਾਨ। ਖਲੋ ਕੇ ਗੁਰੂ ਪਾਤਸ਼ਾਹ ਜੀ ਦਾ ਸਨਮਾਨ ਕਰ ਰਹੇ ਆ, ਅਦਬ ਕਰ ਰਹੇ ਆ, ਜਿਨ੍ਹਾਂ ਦਾ ਗੁਰੂ ਚਰਨਾਂ ਨਾਲ ਪਿਆਰ ਹੈ। ਧੰਨ ਧੰਨ ਗੁਰ ਸੋ ਜਲ ਉਚਾਰੈ। ਸਤਿਗੁਰੂ ਜੀ ਪਾਲਕੀ ਵਿੱਚ ਜਾ ਰਹੇ ਨੇ, 5 ਸਿੱਖ ਨਾਲ ਨੇ। ਜਿਹੜੇ ਰਸਤੇ ਵਿੱਚ ਗੁਰੂ ਸਾਹਿਬ ਜੀ ਨੂੰ ਮਿਲ ਰਹੇ ਨੇ, ਉਹ ਗੁਰੂ ਸਾਹਿਬ ਜੀ ਦਾ ਜਸ ਗਾ ਰਹੇ ਨੇ। ਉਹ ਕਹਿ ਰਹੇ ਨੇ, ਧੰਨ 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 ਗੁਰੂ ਅਰਜਨ ਦੇਵ ਮਹਾਰਾਜ ਜੀ, ਤੁਸੀਂ ਧੰਨ ਹੋ। ਸੁਣਤ ਜਲਤ ਜਸ ਕੋ ਨਿਧਾਨ। ਸਤਿਗੁਰੂ ਜੀ ਸੰਗਤਾਂ ਦੇ ਇਹ ਬੋਲ ਸੁਣ ਕੇ ਪਾਲਕੀ ਵਿੱਚ ਬੈਠੇ ਹੋਏ ਅਗਾਂਹ ਨੂੰ ਚੱਲ ਰਹੇ ਹਨ। ਸੁਤ ਵਜੀਰ ਖਾਂ ਕਰੀ ਅਗਾਰੀ। ਹੁਣ ਜਦੋਂ ਬਾਦਸ਼ਾਹ ਦੇ ਦਰਬਾਰ ਵਿੱਚ ਪਹੁੰਚਣਾ ਹੈ, ਗੁਰੂ ਸਾਹਿਬ ਨੇ ਕਹਿੰਦੇ ਸਭ ਤੋਂ ਅੱਗੇ ਤੇਜ਼ੀ ਨਾਲ ਵਜ਼ੀਰ ਖਾਂ ਅੱਗੇ ਵਧਿਆ ਤੇ ਦਰਬਾਰ ਵਿੱਚ ਪਹਿਲਾਂ ਜਾ ਕੇ ਖਬਰ ਜਿਹੜੀ ਆ ਉਹ ਦਿੱਤੀ ਹੈ। ਪਹੁੰਚੇ ਆਏ ਗੁਰੂ ਭਗਵਾਨ। ਪਹਿਲਾਂ ਜਾ ਕੇ ਜਲਦੀ ਨਾਲ ਅੱਗੇ ਵੱਧ ਕੇ ਦਰਬਾਰ ਵਿੱਚ ਖਬਰ ਪਹੁੰਚਾਈ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਦਰਬਾਰ ਵਿੱਚ ਪਹੁੰਚ ਰਹੇ ਹਨ। ਉੱਚਾ ਸਣਕੈਟ ਸਵਾਇਓ। ਵਜ਼ੀਰ ਖਾਂ ਨੂੰ ਪਤਾ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਕੌਣ ਨੇ, ਇਸ ਲਈ ਇਹਨੇ ਪਹਿਲਾਂ ਹੀ ਕਹਿੰਦੇ ਇੱਕ ਉੱਚਾ ਜਿਹਾ ਆਸਨ ਜਿਹੜਾ ਸੀ ਗੁਰੂ ਸਾਹਿਬ ਲਈ ਉੱਥੇ ਤਿਆਰ ਕਰਵਾ ਦਿੱਤਾ ਵੀ ਇਹਦੇ ਤੇ ਗੁਰੂ ਸਾਹਿਬ ਜੀ ਆ ਕੇ ਬੈਠਣ। ਭਾਵੇਂ ਜਹਾਂਗੀਰ ਦਾ ਦਰਬਾਰ ਹੈ, ਭਾਵੇਂ ਜਹਾਂਗੀਰ ਦੇ ਦਰਬਾਰ ਦੀ ਇਹ ਨੌਕਰੀ ਵਜ਼ੀਰ ਖਾਂ ਕਰਦਾ ਹੈ, ਜਾਂ ਕਹਿ ਲਓ ਕਿ ਸਰੀਰ ਕਰਕੇ ਬਾਦਸ਼ਾਹ ਦੇ ਦਰਬਾਰ ਦੀ ਨੌਕਰੀ ਕਰਦਾ ਹੈ, ਪਰ ਇਹ ਰੂਹ ਕਰਕੇ, ਜਿੰਦ ਮਨ ਕਰਕੇ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਚਰਨਾਂ ਨਾਲ ਜੁੜਿਆ ਹੋਇਆ ਹੈ। ਇਸ ਲਈ ਦਰਬਾਰ ਵਿੱਚ ਜਿੱਥੇ ਆ ਕੇ ਸਤਿਗੁਰੂ ਜੀ ਨੇ ਬੈਠਣਾ, ਉੱਚ ਆਸਨ ਕਹਿ ਕੇ ਡਸਵਾਇਓ, ਕਹਿ ਕੇ ਵਜ਼ੀਰ ਖਾਂ ਨੇ ਗੁਰੂ ਸਾਹਿਬ ਲਈ ਬੈਠਣ ਲਈ ਉੱਚਾ ਆਸਨ ਉਸੇ ਵੇਲੇ ਬਣਵਾ ਤਿਆਰ ਕੀਤਾ ਹੈ। ਚੰਦੂ ਦੁਖਿਓ ਦੇਖ ਸਨਮਾਨ। ਹੁਣ ਚੰਦੂ ਨੂੰ ਬੜਾ ਦੁੱਖ ਲੱਗਾ, ਕਿਉਂਕਿ ਈਰਖਾ ਸੀ ਨਾ ਮਨ ਦੇ ਵਿੱਚ, ਨਫ਼ਰਤ ਭਰੀ ਪਈ ਹੈ। ਇਹਨੂੰ ਬੜੀ ਤਕਲੀਫ ਹੋਈ ਵੀ ਗੁਰੂ ਅਰਜਨ ਦੇਵ ਜੀ ਨੂੰ ਤੇ ਮੈਂ ਕੈਦੀ ਵਾਂਗ ਬੁਲਾਉਣਾ ਚਾਹੁੰਦਾ, ਇੱਕ ਜਿਵੇਂ ਕਿਸੇ ਨੇ ਕੋਈ ਅਪਰਾਧ ਗੁਨਾਹ ਕੀਤਾ ਹੋਵੇ ਉਸ ਤਰੀਕੇ ਨਾਲ ਦਰਬਾਰ ਵਿੱਚ ਬੁਲਾਉਣਾ ਚਾਹੁੰਦਾ, ਪਰ ਵਜ਼ੀਰ ਖਾਨ ਨੇ ਤੇ ਮਾਨ ਸਨਮਾਨ ਵਿੱਚ ਇੰਨਾ ਉੱਚਾ ਆਸਨ ਲਵਾਤਾ। ਚੰਦੂ ਬੋਲ ਤਾਂ ਕੁਝ ਨਹੀਂ ਸਕਿਆ, ਪਰ ਦੇਖ ਕੇ ਚੰਦੂ ਦੁਖਿਓ ਦੇਖ ਸਨਮਾਨ। ਕਹਿੰਦੇ ਇਹਦਾ ਹਿਰਦਾ ਬੜਾ ਦੁਖੀ ਹੋਇਆ, ਅੰਦਰ ਸਾੜ ਪੈਦਾ ਹੋਇਆ, ਇਹ ਉੱਚਾ ਆਸਨ ਕਿਉਂ ਲਗਵਾਇਆ ਹੈ। ਇਤਨੇ ਮੈਂ ਗੁਰ ਦਰਸ਼ਨ ਦੀਨਸ। ਇੰਨੇ ਨੂੰ ਕਹਿੰਦੇ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਬਾਦਸ਼ਾਹ ਦੇ ਦਰਬਾਰ ਵਿੱਚ ਪ੍ਰਵੇਸ਼ ਕਰਦੇ ਹਨ। ਸਾਦਰ ਕਹਿ ਕਰ ਤਾਂ ਬਿਠਾਏ। ਸਾਦਰ ਮੈਨੇ ਆਦਰ ਮਾਣ ਸਤਿਕਾਰ ਨਾਲ ਗੁਰੂ ਅਰਜਨ ਦੇਵ ਮਹਾਰਾਜ ਜੀ ਦਰਬਾਰ ਵਿੱਚ ਜਦੋਂ ਆਏ ਨੇ, ਜਹਾਂਗੀਰ ਬਾਦਸ਼ਾਹ ਨਾਲ ਮੁਲਾਕਾਤ ਹੋਈ ਹੈ। ਵਜ਼ੀਰ ਖਾਨ ਨੇ ਅੱਗੇ ਹੋ ਕੇ ਕਹਿ ਕੇ ਸਤਿਗੁਰੂ ਜੀ ਨੂੰ ਉਸ ਉੱਚ ਆਸਨ ਤੇ ਬਿਠਾਇਆ ਹੈ। ਸ਼ਾਹ ਨਮਿਓ ਗੁਰ ਕੁਸ਼ਲ ਪ੍ਰਸੰਨ। ਕਹਿੰਦੇ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਮਿਲ ਕੇ ਜਹਾਂਗੀਰ, ਬੜੀ ਵਾਰ ਆਪਾਂ ਇਤਿਹਾਸ ਸੁਣ ਚੁੱਕੇ ਹਾਂ,
ਬੜੀ ਵਾਰ ਬੇਨਤੀਆਂ ਵੀ ਕੀਤੀਆਂ ਨੇ ਕਿ ਜਹਾਂਗੀਰ ਦੇ ਮਨ ਦੇ ਵਿੱਚ ਗੁਰੂ ਅਰਜਨ ਦੇ ਪਾਤਸ਼ਾਹ ਦੇ ਪ੍ਰਥਾਏ ਕੋਈ ਮਨ ਵਿੱਚ ਈਰਖਾ ਨਹੀਂ ਸੀ, ਪਰ ਜਿਹੜੇ ਇਹ ਕਹਿ ਲਓ ਕਿ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਖਿਲਾਫ ਨੇ, ਇਹਨਾਂ ਨੇ ਮਨ ਘੜਤ ਕਹਾਣੀਆਂ ਘੜ ਕੇ ਇੰਨੇ ਜ਼ਿਆਦਾ ਜਹਾਂਗੀਰ ਦੇ ਕੰਨ ਭਰ ਦਿੱਤੇ, ਜਿਸ ਕਰਕੇ ਉਹਨੂੰ ਗੁਰੂ ਅਰਜਨ ਦੇ ਪਾਤਸ਼ਾਹ ਨੂੰ ਲਾਹੌਰ ਬੁਲਾਉਣਾ ਤੇ ਗ੍ਰਿਫਤਾਰੀ ਦਾ ਵਾਰੰਟ ਜਿਹੜਾ ਉਹ ਜਾਰੀ ਕਰਨਾ ਪਿਆ। ਪਰ ਜਦੋਂ ਦਰਬਾਰ ਵਿੱਚ ਆਏ ਆ, ਇਹ ਵੀ ਕਹਿੰਦੇ ਜਿਹੜਾ ਗੁਰੂ ਸਾਹਿਬ ਨੂੰ ਮਿਲ ਕੇ ਬੜਾ ਖੁਸ਼ ਹੁੰਦਾ ਹੈ। ਕਰ ਹੇਰ ਹੇਰ ਸਭ ਸੀਸ ਨਿਭਾਏ। ਔਰ ਜਿਨ੍ਹਾਂ ਦੇ ਮਨ ਵਿੱਚ ਭਾਵਨਾ ਸੀ, ਉਹਨਾਂ ਨੇ ਤੇ ਆਪਣੇ ਮਨ ਦੇ ਰਾਹੀਂ ਗੁਰੂ ਸਾਹਿਬ ਨੂੰ ਸੀਸ ਨਵਾਇਆ, ਜਿਨ੍ਹਾਂ ਨੂੰ ਪਤਾ ਸੀ ਇਹ ਸੱਚਾ ਗੁਰੂ ਹੈ, ਇਹ ਸੱਚਾ ਹੈ, ਜਿਹਨੂੰ ਚੰਦੂ ਨੇ ਝੂਠਾ ਪੇਸ਼ ਕੀਤਾ ਹੈ, ਮਨ ਘੜਤ ਗੱਲਾਂ ਕਰਕੇ ਕਹਾਣੀਆਂ ਘੜ ਕੇ ਝੂਠਾ ਪੇਸ਼ ਕੀਤਾ ਹੈ, ਪਰ ਅਸਲ ਵਿੱਚ ਇਹ ਸੱਚਾ ਪਾਤਸ਼ਾਹ ਹੈ, ਇਹ ਸੱਚਾ ਗੁਰੂ ਹੈ। ਜਿਨ੍ਹਾਂ ਨੂੰ ਪਤਾ, ਉਹਨਾਂ ਨੇ ਤੇ ਅੰਦਰੋਂ ਸੀਸ ਨਵਾਇਆ ਗੁਰੂ ਸਾਹਿਬ ਨੂੰ। ਹੁਣ ਜਹਾਂਗੀਰ ਕੁਝ ਸਵਾਲ ਕਰਕੇ ਜਵਾਬ ਲੈਣਾ ਚਾਹੁੰਦਾ ਹੈ। ਹੁਣ ਹਜ਼ਰਤ ਨੇ ਬੂਝਣ ਕੀਨ। ਫਿਰ ਕਹਿੰਦੇ ਜਹਾਂਗੀਰ ਨੇ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੂੰ ਪੁੱਛਣਾ ਕੀਤਾ। ਹਿੰਦੂ ਤੁਰਕ ਜੇ ਬਾਤ ਵਧਾਏ। ਕਹਿੰਦੇ ਇੱਕ ਬਹੁਤ ਵੱਡਾ ਵਾਦ ਝਗੜਾ ਹੈ, ਦੋ ਜਿਹੜੇ ਨੇ ਉਹ ਆਪਣੇ ਆਪ ਦੇ ਵਿੱਚ ਨੇ, ਇੱਕ ਨੂੰ ਅਸੀਂ ਹਿੰਦੂ ਕਹਿੰਦੇ ਆ, ਇੱਕ ਨੂੰ ਅਸੀਂ ਤੁਰਕ ਮੁਸਲਮਾਨ ਕਹਿੰਦੇ ਆ। ਇਹ ਗੁਰੂ ਨਾਨਕ ਸਾਹਿਬ ਜੀ ਕੋਲ ਵੀ ਸਵਾਲ ਆਇਆ ਸੀ, ਪੁੱਛਿਆ ਸੀ ਹਿੰਦੂ ਵੱਡਾ ਕਿ ਮੁਸਲਮਾਨ ਹੋਈ, ਤੇ ਮਹਾਰਾਜ ਨੇ ਜਵਾਬ ਦਿੱਤਾ ਸੀ ਦੋਵਾਂ ਦੇ ਪੱਖ ਨਹੀਂ ਸੀ ਪੂਰੇ, ਵੀ ਇੱਕ ਦਾ ਪੱਖ। ਮਹਾਰਾਜ ਨੇ ਕਿਹਾ ਸੀ ਕਿ ਸ਼ੁਭ ਅਮਲਾਂ ਬਾਝੋਂ ਦੋਵੇਂ ਰੋਈ। ਇਹੀ ਸਵਾਲ ਜਹਾਂਗੀਰ ਨੇ ਕੀਤਾ ਕਿ ਅੱਜ ਝਗੜਾ ਹੈ। ਹੁਣ ਦੋ ਜਿਹੜੇ ਨੇ ਮਜ਼ਹਬ ਕਹਿ ਲਓ, ਦੋ ਧਰਮ, ਇਹ ਆਪਸ ਦੇ ਵਿੱਚ ਬਹੁਤ ਵੱਡਾ ਇਹਨਾਂ ਦੇ ਝਗੜਾ ਹੈ। ਨਿਜ ਨਿਜ ਕੋ ਮਾਨੇ ਹਮ ਦਿਰਗ। ਨਿਜ ਨਿਜ ਆਪਣੇ ਨੂੰ ਦੋਵੇਂ ਵੱਡਾ ਕਰਕੇ ਮੰਨਦੇ ਆ। ਦੀਰਘ ਮਨੇ ਵੱਡਾ, ਤੁਰਕ ਕਹਿੰਦੇ ਅਸੀਂ ਵੱਡੇ ਆ, ਜਿਹੜਾ ਹਿੰਦੂ ਹੈ ਉਹ ਕਹਿੰਦਾ ਅਸੀਂ ਵੱਡੇ ਆ। ਦੋਨੋਂ ਆਪਸ ਦੇ ਵਿੱਚ ਵੱਡਾ ਅਖਾਉਂਦੇ ਨੇ। ਉਹ ਕਹਿੰਦੇ ਸਾਡਾ ਅੱਲਾਹ ਹੈ ਤੇ ਸਾਡਾ ਰਾਮ ਹੈ, ਉਹ ਰਾਮ ਕਰਕੇ ਵੱਡਾ ਮੰਨਦੇ ਆ, ਉਹ ਅੱਲਾਹ ਖੁਦਾ ਕਰਕੇ। ਇਹ ਜਿਹੜਾ ਝਗੜਾ ਪਿਆ ਹੋਇਆ ਹੈ। ਕਹਿ ਪਿਸਤ ਇੱਕ ਦੋ ਜਗ ਜਾਏ। ਕੋਈ ਕਹਿੰਦਾ ਵੀ ਇਹ ਵਹਿਸ਼ਤ ਵਿੱਚ ਜਾਏਗਾ, ਕੋਈ ਕਹਿੰਦਾ ਦੋਜ਼ਖ ਦੀ ਅੱਗ ਵਿੱਚ ਸੜੇਗਾ, ਉਹ ਕਹਿੰਦੇ ਇਹ ਨਰਕ ਵਿੱਚ ਪਏਗਾ, ਇਹ ਸਵਰਗ ਦੇ ਵਿੱਚ ਜਾਏਗਾ। ਇਸ ਤਰ੍ਹਾਂ ਦੀਆਂ ਵਿਚਾਰਾਂ ਹਨ। ਦੋਨੋਂ ਮੈਂ ਕੋ ਸਾਹਿਬ ਜਾਣੇ। ਹੁਣ ਦੋਵਾਂ ਵਿੱਚੋਂ ਕੌਣ ਵੱਡਾ ਹੈ? ਜਿਹੜੇ ਦੋਵੇਂ ਅਖਾਰੇ ਨੇ, ਇੱਕ ਰਾਮ ਕਹਿਣ ਵਾਲਾ, ਇੱਕ ਅੱਲਾਹ ਕਹਿਣ ਵਾਲਾ, ਦੋਵਾਂ ਦੇ ਵਿੱਚੋਂ ਦੀ ਵੱਡਾ ਜਿਹੜਾ ਉਹ ਕੌਣ ਹੈ? ਕਿਸ ਪਰ ਕਰੁਣਾ ਕਰੇ ਖੁਦਾਏ। ਕਹਿੰਦੇ ਨੇ ਹੁਣ ਕਿਹਦੇ ਉੱਤੇ ਰੱਬ ਦੀ ਮਿਹਰ ਹੋਏਗੀ? ਜਿਹੜਾ ਰਾਮ ਕਹਿੰਦਾ ਜਾਂ ਜਿਹੜਾ ਖੁਦਾ ਕਹਿੰਦਾ, ਉਹਦੇ ਉੱਤੇ ਉਸ ਖੁਦਾ ਦੀ ਮਿਹਰ ਹੋਵੇਗੀ। ਕੌਣ ਸੱਚ ਕਹਿ ਕੂੜ ਕਹਿ ਕੋ। ਕੌਣ ਸੱਚਾ ਤੇ ਕੌਣ ਝੂਠਾ ਹੈ? ਜਿਹੜਾ ਰਾਮ ਜਪ ਰਿਹਾ ਉਹ ਸੱਚਾ ਹੈ, ਜਿਹੜਾ ਅੱਲਾਹ ਕਰ ਰਿਹਾ ਉਹ ਸੱਚਾ ਹੈ। ਦੋਵਾਂ ਚੋਂ ਝੂਠਾ ਕੌਣ ਹੈ? ਇਹ ਨਿਰਣਾ ਤੁਸੀਂ ਕਰਕੇ ਦੱਸਣਾ ਹੈ। ਇਹ ਸੰਸ਼ੈ ਮੇਰੇ ਮਨ ਆਏ। ਇਹ ਮੇਰੇ ਮਨ ਦੇ ਵਿੱਚ ਜਿਹੜਾ ਸਵਾਲ ਹੈ, ਜਿਹਦਾ ਤੁਸੀਂ ਜਵਾਬ, ਹੁਣ ਕਾਰਵਾਈ ਤੇ ਹਜੇ ਅੱਗੇ ਹੋਣੀ ਹੈ। ਜਦੋਂ ਕਿਹਾ ਜਾਣਾ ਵੀ ਤੁਸੀਂ ਸਹਿਜ਼ਾਦਾ ਖੁਸਰੋ ਦੀ ਮਦਦ ਕੀਤੀ ਹੈ, ਉਸ ਤੋਂ ਪਹਿਲਾਂ ਕੁਝ ਸਵਾਲ ਜਵਾਬ ਕਰਕੇ ਇਹ ਆਪਣੇ ਮਨ ਦੀ ਤਸੱਲੀ ਕਰਨਾ ਚਾਹੁੰਦਾ ਹੈ। ਕਹਿਣ ਲੱਗੇ ਮੇਰੇ ਮਨ ਦੇ ਵਿੱਚ ਇਹ ਸਵਾਲ ਹੈ। ਉੱਤਰ ਦਿਓ ਪੀਰ ਤੁਮ ਦਿਰਗ। ਕਹਿੰਦੇ ਮੈਂ ਸੁਣਿਆ ਵੀ ਤੁਸੀਂ ਬਹੁਤ ਵੱਡੇ ਪੀਰ ਹੋ, ਮੈਂ ਸੁਣਿਆ ਵੀ ਤੁਸੀਂ ਬਹੁਤ ਵੱਡੇ ਗੁਰੂ ਹੋ, ਇਸ ਕਰਕੇ ਮੈਨੂੰ ਇਹਦਾ ਉੱਤਰ ਜਿਹੜਾ ਉਹ ਦੇਣਾ ਕਰੋ, ਜਿਸ ਤੇ ਮਮ ਖਾਤਰ ਹੋਏ ਜਾਏ, ਜਿਹਦੇ ਨਾਲ ਮੇਰੇ ਮਨ ਦੀ ਤਸੱਲੀ ਹੋ ਜਾਏ। ਤੁਸੀਂ ਇਹ ਸਵਾਲ ਦਾ ਜਵਾਬ ਦੇ ਕੇ ਇਹਨਾਂ ਦੋਵਾਂ ਵਿੱਚੋਂ ਵੱਡਾ ਕੌਣ ਹੈ? ਔਰ ਇੱਕ ਕਹਿੰਦਾ ਵੀ ਮੈਂ ਰਾਮ ਨੂੰ ਮੰਨਦਾ, ਦੂਜਾ ਕਹਿੰਦਾ ਮੈਂ ਖੁਦਾ ਨੂੰ ਮੰਨਦਾ। ਸੱਚਾ ਕੌਣ ਹੈ, ਝੂਠਾ ਕੌਣ ਹੈ? ਮੇਰੇ ਮਨ ਦੀ ਤਸੱਲੀ ਹੁਣ ਤੁਸੀਂ ਕਰਾਉਣੀ ਹੈ। ਇਹਦਾ ਜਵਾਬ ਦੇ ਕੇ ਤੇ ਸਤਿਗੁਰੂ ਅਰਜਨ। ਕਹਿੰਦੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਦੋਂ ਜਹਾਂਗੀਰ ਦੇ ਮੁਖ ਤੋਂ ਇਹ ਬੋਲ ਸੁਣੇ ਹਨ, ਕਹਿ ਜਵਾਬ ਕੋ ਸ਼ਬਦ ਸੁਣਾਏ। ਸਤਿਗੁਰੂ ਮਹਾਰਾਜ ਨੇ ਫਿਰ ਉੱਥੇ ਇੱਕ ਸ਼ਬਦ ਜਿਹੜਾ ਉਹ ਸੁਣਾਉਣਾ ਕੀਤਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਰੱਬੀ ਬਾਣੀ ਵਿੱਚ ਇੱਕ ਸ਼ਬਦ ਉੱਥੇ ਗਾਇਨ ਕਰਕੇ ਸੁਣਾਉਣਾ ਕੀਤਾ। ਸ਼੍ਰੀ ਮੁਖ ਵਾਕ। ਇਹ ਜਿਹੜਾ ਹੈ ਇਹ ਮੁੱਖ ਵਾਕ, ਮੁੱਖ ਭਾਵ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮੁਖ ਤੋਂ ਨਿਕਲਿਆ ਹੋਇਆ ਇਹ ਵਾਕ ਹੈ। ਰਾਮਕਲੀ ਮਹਲਾ ਪੰਜਵਾਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਵਿੱਚ ਜਿਹੜੇ ਰਾਗ ਨੇ 31 ਰਾਗ, ਉਹਨਾਂ 31 ਰਾਗਾਂ ਦੇ ਵਿੱਚੋਂ ਦੀ ਇੱਕ ਰਾਗ ਹੈ ਰਾਮਕਲੀ। ਰਾਮਕਲੀ ਰਾਗ ਦੇ ਵਿੱਚ ਮਹਾਰਾਜ ਨੇ ਇਹ ਸ਼ਬਦ ਉਚਾਰਨ ਕੀਤਾ ਹੈ। ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਪਵਨ ਅੰਗ 885 ਦੇ ਉੱਪਰ ਇਹ ਸ਼ਬਦ ਜਿਹੜਾ ਸੁਭਾਈਮਾਨ ਹੈ। ਸਤਿਗੁਰੂ ਜੀ ਨੇ ਇਹ ਸ਼ਬਦ ਉਸ ਵੇਲੇ ਉਚਾਰਨ ਕੀਤਾ। ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੁਸਈਆ, ਕੋਈ ਅੱਲਾਹੇ। ਮਹਾਰਾਜ ਜੀ ਕਹਿੰਦੇ ਇਹ ਰੱਬ ਦੀ ਬਣਾਈ ਹੋਈ ਦੁਨੀਆ ਹੈ, ਬਣਾਉਣ ਵਾਲਾ ਇੱਕੋ ਹੀ ਹੈ। ਇੱਕੋ ਹੀ ਮਿੱਟੀ ਤੋਂ ਸਾਰੇ ਉਹਨੇ ਬੰਦੇ ਜਿਹੜੇ ਨੇ ਬਣਾਏ ਨੇ। ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਣ ਹਾਰੇ। ਸਾਜਣ ਵਾਲੇ ਨੇ ਇੱਕੋ ਹੀ ਮਿੱਟੀ ਤੋਂ ਸਾਰੇ ਜਿਹੜੇ ਨੇ ਭਾਂਡੇ ਘੜੇ, ਆ ਭਾਂਡੇ ਹੀ ਨੇ ਆਪਾਂ ਸਾਰੇ ਜਿੰਨੇ ਵੀ ਆ, ਇਹ ਭਾਂਡੇ ਉਹਦੇ ਹੀ ਘੜੇ ਹੋਏ ਨੇ। ਪਰ ਕਈ ਜਿਹੜੇ ਨੇ ਉਹ ਰਾਮ ਦਾ ਉਚਾਰਨ ਕਰਦੇ ਆ, ਕਈ ਖੁਦਾ ਦਾ ਨਾਮ ਉਚਾਰਦੇ ਆ, ਪਰ ਅਸਲ ਵਿੱਚ ਰੱਬ ਇੱਕੋ ਹੀ ਹੈ। ਉਹਨੂੰ ਹੀ ਰਾਮ ਕਹਿੰਦੇ ਆ, ਉਹਨੂੰ ਹੀ ਖੁਦਾ ਕਹਿੰਦੇ ਆ। ਅੱਗੇ ਵੀ ਜ਼ਿਕਰ ਕੀਤਾ ਸੀ ਕਿ ਅਣਗਿਣਤ ਨਾਮ ਨੇ ਪਰਮੇਸ਼ਵਰ ਦੇ, ਜਿਹਦੇ ਗਿਣੇ ਹੀ ਨਹੀਂ ਜਾ ਸਕਦੇ, ਕਿਉਂਕਿ ਕੁਦਰਤ ਵਿੱਚ ਜੋ ਵਰਤ ਰਿਹਾ ਹੈ, ਅਸੀਂ ਉਸ ਕੁਦਰਤ ਵਿੱਚ ਜੋ ਵਰਤਦਾ ਉਹਦੇ ਆਧਾਰ ਤੇ ਪਰਮੇਸ਼ਵਰ ਦੇ ਨਾਮ ਰੱਖੇ ਆ। ਤੇ ਸਭ ਤੋਂ ਵਧੇਕ ਨਾਮ ਜਾਣਨੇ ਹੋਣ ਤਾਂ ਤੁਹਾਨੂੰ ਜਾਪ ਸਾਹਿਬ ਦੀ ਬਾਣੀ ਜਿਹੜੀ ਆ ਉਹ ਪੜ੍ਹਨੀ ਪਏਗੀ। ਉਹਦਾ ਜਿਹੜੇ ਅਭਿਆਸੀ ਨੇ ਉਹਨਾਂ ਨੂੰ ਪਤਾ ਹੈ ਉਹ ਰੋਜ਼ ਕਿੰਨੇ ਹੀ ਨਾਮ ਲੈਂਦੇ ਆ ਪਰਮੇਸ਼ਵਰ ਦੇ। ਜਿਹੜੇ ਰੋਜ਼ ਨਿਤ ਨੇਮ ਵਿੱਚ ਜਾਪ ਸਾਹਿਬ ਦਾ ਪਾਠ ਕਰਦੇ ਆ ਉਹ ਨਿਤ ਕਿੰਨੇ ਹੀ ਨਾਮ ਲੈਂਦੇ ਨੇ ਪਰਮੇਸ਼ਵਰ ਦੇ। ਪਰ ਰੱਬ ਤਾਂ ਇੱਕੋ ਹੀ ਹੈ, ਪਰਮੇਸ਼ਵਰ ਤਾਂ ਇੱਕੋ ਹੀ ਹੈ। ਸਮੇਂ ਦੇ ਨਾਲ ਮਨੁੱਖ ਨੂੰ ਵੰਡ ਦਿੱਤਾ ਗਿਆ। ਇੱਕ ਮਨੁੱਖ ਦੇ 4 ਹਿੱਸੇ ਜਿਹੜੇ ਆ ਉਹ ਕਰ ਦਿੱਤੇ ਗਏ ਬ੍ਰਾਹਮਣੀ ਸੋਚ ਦੇ ਨਾਲ। ਇੱਕ ਮਨੁੱਖ ਦੇ 4 ਹਿੱਸੇ ਕਰਤੇ, ਖੱਤਰੀ, ਬ੍ਰਾਹਮਣ, ਸ਼ੂਦ, ਵੈਸ਼। ਪਰ ਜੇ ਦੇਖਿਆ ਜਾਏ ਤੇ ਚਾਰਾਂ ਨੂੰ ਬਣਾਉਣ ਵਾਲਾ ਇੱਕੋ ਹੀ ਹੈ, ਚਾਰਾਂ ਦਾ ਮਾਈ ਬਾਪ ਇੱਕੋ ਹੀ ਹੈ, ਚਾਰਾਂ ਦਾ ਮਾਲਕ ਜਿਹੜਾ ਪਾਲਣਹਾਰ ਪਰਮੇਸ਼ਵਰ ਉਹ ਇੱਕੋ ਹੀ ਹੈ। ਪਰ ਮਨੁੱਖ ਦੀਆਂ 4 ਮੋਹਰ ਲਾ ਕੇ ਅਸੀਂ ਵੰਡ ਦਿੱਤੇ ਵੀ ਇਹ ਖੱਤਰੀ ਹੈ, ਬ੍ਰਾਹਮਣ ਹੈ, ਸ਼ੂਦਰ ਹੈ, ਵੈਸ਼ ਹੈ। ਅਸੀਂ ਸਰੀਰ ਤਾਂ ਵੰਡ ਦਿੱਤੇ, ਪਰ ਜਿਹੜੀ ਉਹਦੇ ਅੰਦਰ ਰੱਬੀ ਜੋਤ ਸੀ ਉਹਨੂੰ ਕਿਵੇਂ ਵੰਡਾਂਗੇ? ਉਹ ਤਾਂ ਇੱਕੋ ਹੀ ਹੈ। ਅਸੀਂ ਬਾਹਰ ਦੀਆਂ ਵੰਡੀਆਂ ਪਾ ਕੇ ਬੇਲੋੜੀਆਂ ਲੜਾਈਆਂ ਵਧਾ ਲਈਆਂ, ਝਗੜੇ ਵਧਾ ਲਏ, ਨਫ਼ਰਤ ਵਧਾ ਲਈ, ਇੱਕ ਦੂਸਰੇ ਦੇ ਕਤਲ ਕਰਨੇ, ਧਰਮਾਂ ਦੇ ਅਸਥਾਨਾਂ ਨੂੰ ਨੁਕਸਾਨ ਪਹੁੰਚਾਉਣਾ, ਧਰਮ ਦੇ ਗ੍ਰੰਥ ਜਿਹੜੇ ਆ ਉਹਨਾਂ ਨੂੰ ਨੁਕਸਾਨ ਪਹੁੰਚਾਉਣਾ। ਇਹ ਕਿਉਂ? ਕਿਉਂਕਿ ਅਸੀਂ ਆਪਣਾ ਰੱਬ ਬਣਾ ਲਿਆ। ਉਹ ਕਹਿੰਦੇ ਮੇਰਾ ਰੱਬ ਇਹ ਹੈ, ਮੇਰਾ ਰੱਬ ਇਹ ਹੈ, ਮੇਰਾ ਰੱਬ ਇਹ ਹੈ। ਇੱਕ ਦਿਨ ਇਹ ਵੀ ਬੇਨਤੀ ਕੀਤੀ ਸੀ ਕਿ ਬੱਚਾ ਵੀ ਹੈਰਾਨ ਹੋ ਜਾਂਦਾ ਹੈ ਜਿਹੜਾ ਸਕੂਲ ਕਾਲਜ ਦੇ ਵਿੱਚ ਪੜ੍ਹਦਾ ਨਾ, ਉਹਨੂੰ ਕਿੰਨੇ ਸਾਲ ਇੱਕੋ ਗੱਲ ਰਿਪੀਟ ਕਰਾਈ ਜਾਂਦੀ ਹੈ। ਜਦੋਂ ਮਾਰਨਿੰਗ ਦੇ ਟਾਈਮ ਬੱਚਾ ਸਕੂਲ ਦੇ ਵਿੱਚ ਜਾਂਦਾ ਹੈ ਤੇ ਕਲਾਸ ਦੀ ਸ਼ੁਰੂਆਤ ਤੋਂ ਪਹਿਲਾਂ ਹਰ ਕੋਈ ਆਪਣੇ ਸਕੂਲ ਦੇ ਵਿੱਚ ਉਸ ਪਰਮੇਸ਼ਵਰ ਨੂੰ ਚੇਤੇ ਕਰਦਾ ਹੈ। ਹਰ ਕੋਈ ਆਪਣੇ ਸਕੂਲ ਦਾ ਨਿਯਮ ਹੈ, ਹਰ ਕੋਈ ਪਰਮੇਸ਼ਵਰ ਨੂੰ ਯਾਦ ਕਰਦਾ ਹੈ। ਤੇ ਜਦੋਂ ਉਹ ਯਾਦ ਕਰਦਾ ਹੈ ਤੇ ਜਿੰਨੇ ਵੀ ਬੱਚੇ ਆ
ਹੁਣ ਉਹ ਕੋਈ ਕਿਸੇ ਥਾਂ ਤੋਂ ਹੈ, ਕੋਈ ਕਿਸੇ ਥਾਂ ਤੋਂ, ਕੋਈ ਕਿਸੇ ਥਾਂ ਤੋਂ, ਉਹਨਾਂ ਨੂੰ ਰੋਜ਼ ਇੱਕੋ ਹੀ ਰਿਪੀਟ ਗੱਲ ਕਰਾਈ ਜਾਂਦੀ ਹੈ, ਗੋਡ ਇਜ਼ ਵਨ, ਰੱਬ ਇੱਕ ਹੈ। ਉਹਨਾਂ ਨੂੰ ਰੋਜ਼ ਪੜਾਇਆ, ਹੁਣ ਬੱਚੇ ਦੇ ਦਿਮਾਗ ਵਿੱਚ ਬੈਠ ਗਿਆ ਵੀ ਰੱਬ ਇੱਕ ਹੈ। ਪਰ ਜਦੋਂ ਉਹੀ ਬੱਚਾ ਧਰਮ ਦੇ ਅਸਥਾਨ ਤੇ ਆਇਆ ਤੇ ਪਤਾ ਲੱਗਾ ਵੀ ਇਹਦਾ ਰੱਬ ਹੋਰ ਹੈ, ਉਹਦਾ ਰੱਬ ਹੋਰ ਹੈ, ਉਹਦਾ ਹੋਰ ਹੈ, ਇਹ ਤੇ ਆਪਸ ਵਿੱਚ ਹੀ ਲੜੀ ਜਾ ਰਹੇ ਆ, ਇਹ ਤੇ ਰੱਬ ਦੇ ਨਾਮ ਤੇ ਹੀ ਇੱਕ ਦੂਜੇ ਦਾ ਕਤਲ ਕਰੀ ਜਾ ਰਹੇ ਆ, ਰੱਬ ਦੇ ਨਾਮ ਤੇ ਹੀ ਵੰਡੀਆਂ ਪਾ ਕੇ ਬੈਠੇ ਹੋਏ ਆ, ਰੱਬ ਦੇ ਨਾਮ ਤੇ ਹੀ ਨਫ਼ਰਤ ਫੈਲਾਈ ਜਾ ਰਹੀ ਹੈ। ਹੁਣ ਉਹ ਬੱਚਾ ਬੜਾ ਹੈਰਾਨ ਹੋ ਜਾਂਦਾ ਹੈ ਕਿ ਇੰਨੇ ਸਾਲ ਮੈਨੂੰ ਰਿਪੀਟ ਕਰਾਇਆ ਗਿਆ ਕਿ ਪਰਮਾਤਮਾ ਇੱਕ ਹੈ, ਰੱਬ ਇੱਕ ਹੈ, ਪਰ ਸਮਾਜ ਵਿੱਚ ਆਉਂਦਿਆਂ ਹੀ ਸਾਰਿਆਂ ਦੇ ਰੱਬ ਵੱਖਰੇ ਵੱਖਰੇ ਕਿਉਂ ਹੋ ਜਾਂਦੇ ਆ? ਇੱਥੇ ਫਿਰ ਕਸੂਰ ਕਿਹਦਾ ਹੈ? ਪੜ੍ਹਾਇਆ ਸਾਨੂੰ ਕੁਝ ਹੋਰ ਜਾ ਰਿਹਾ ਹੈ, ਸਮਾਜ ਦੇ ਵਿੱਚ ਦਿਖਾਇਆ ਕੁਝ ਹੋਰ ਜਾ ਰਿਹਾ ਹੈ, ਸਾਨੂੰ ਪੜ੍ਹਾਇਆ ਕੁਝ ਹੋਰ ਜਾ ਰਿਹਾ ਹੈ, ਪਰ ਧਰਮ ਦੇ ਅਸਥਾਨ ਵੱਖ-ਵੱਖ ਬਣਾ ਕੇ ਦਿਖਾਇਆ ਸਾਨੂੰ ਕੁਝ ਹੋਰ ਜਾ ਰਿਹਾ ਹੈ। ਤੇ ਸਾਡੀ ਅਜੋਕੀ ਪੀੜ੍ਹੀ ਕਿਉਂ ਨਹੀਂ ਜੁੜਨਾ ਚਾਹੁੰਦੀ? ਕਿਉਂਕਿ ਉਹ ਅਸੀਂ ਜੋ ਦਿਖਾ ਰਹੇ ਹਾਂ ਉਹਨਾਂ ਨੂੰ ਨਫ਼ਰਤ ਦਿਖਾ ਰਹੇ ਹਾਂ, ਧਰਮ ਦੇ ਨਾਮ ਤੇ, ਮਜ਼ਹਬ ਦੇ ਨਾਮ ਤੇ, ਆਪਸ ਵਿੱਚ ਵੰਡੀਆਂ ਪਾ ਕੇ ਅਸੀਂ ਬੈਠੇ ਹੋਏ ਹਾਂ, ਨਫ਼ਰਤ ਪਾਲ ਕੇ ਬੈਠੇ ਹੋਏ ਹਾਂ, ਜਦ ਕਿ ਰੱਬ ਇੱਕੋ ਹੀ ਹੈ, ਉਹਦੇ ਤੋਂ ਬਗੈਰ ਦੂਜਾ ਨਾ ਕੋਈ ਹੋਇਆ ਤੇ ਨਾ ਕੋਈ ਹੋਣਾ ਹੈ। ਤੁਧ ਬਿਨ ਦੂਜਾ ਨਾ ਹੀ ਕੋਏ, ਤੂੰ ਕਰਤਾਰ ਕਰੈ ਸੋ ਹੋਏ। ਫਿਰ ਅਸੀਂ ਆਪਣੇ ਆਪਣੇ ਰੱਬ ਬਣਾ ਕੇ ਆਪਣੇ ਆਪਣੇ ਰੱਬ ਨੂੰ ਹੀ ਮਨਾਉਣ ਵਿੱਚ ਲੱਗੇ ਹੋਏ ਹਾਂ। ਤੇ ਸਾਡੀ ਅਜੋਕੀ ਪੀੜ੍ਹੀ ਜਿਹੜੀ ਆ, ਕਿਉਂਕਿ ਅੱਜ ਸਮਾਂ ਵਿਗਿਆਨ ਦਾ, ਅੱਜ ਸਮਾਂ ਹੈ ਤਰਕ ਦਾ, ਤੇ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਆ ਉਹ ਤਰਕ ਕਰਦੀ ਆ ਵੀ ਤੁਸੀਂ ਇੰਨੇ ਰੱਬ ਹੋ ਸਕਦੇ ਆ ਜਿੰਨੇ ਅਸੀਂ ਬਣਾ ਕੇ ਬੈਠਾ। ਨਾਮ ਨੇ ਉਹਦੇ, ਕਿਉਂਕਿ ਜਿੰਨੇ ਉਹਦੇ ਗੁਣ ਨੇ, ਜਿੰਨੇ ਰੱਬ ਜੀ ਦੇ ਗੁਣ ਨੇ ਉਨੇ ਹੀ ਉਹਦੇ ਨਾਮ ਨੇ, ਪਰ ਇਹ ਨਹੀਂ ਕਿ ਜਿੰਨੇ ਉਹਦੇ ਨਾਮ ਨੇ ਉਨੇ ਹੀ ਜਿਹੜਾ ਉਹ ਰੱਬ ਹੋਣਗੇ। ਰੱਬ ਤਾਂ ਇੱਕੋ ਹੀ ਹੈ। ਹੁਣ ਸਾਡਾ ਹੀ ਦੇਖ ਲਓ, ਬਚਪਨ 'ਚ ਨਾਮ ਹੋਰ ਸਾਡੇ ਮਿੱਤਰਾਂ ਨੇ ਰੱਖਿਆ, ਘਰਦਿਆਂ ਨੇ ਹੋਰ ਰੱਖਿਆ ਹੋਏਗਾ, ਫਿਰ ਜਦੋਂ ਵੱਡੇ ਹੋਏ ਆ ਨਾਮ ਹੋਰ ਹੈ। ਕਈਆਂ ਜਿਵੇਂ ਜਿਵੇਂ ਸੋਸਾਇਟੀ ਬਦਲਦੀ ਗਈ ਉਹਨਾਂ ਨੇ ਨਾਮ ਆਪਣਾ ਕੋਈ ਹੋਰ ਰੱਖ ਦਿੱਤਾ, ਪਰ ਬੰਦਾ ਥੋੜ੍ਹੀ ਬਦਲਦਾ ਹੈ। ਇਹ ਤੇ ਉਸ ਬਾਜੀਗਰ ਦੀ ਤਰ੍ਹਾਂ ਜਿਹੜੇ ਕੱਪੜੇ ਤਾਂ ਬਦਲਦਾ ਪਰ ਬੰਦਾ ਨਹੀਂ ਬਦਲਦਾ, ਬੰਦਾ ਉਹੀ ਰਹਿੰਦਾ ਹੈ, ਪਰ ਉਹ ਕੱਪੜੇ ਬਦਲਦਾ ਰਹਿੰਦਾ ਹੈ। ਇਹਦਾ ਮਤਲਬ ਇਹ ਨਹੀਂ ਕਿ ਜਿੰਨੇ ਉਹਨੇ ਚੋਲੇ ਬਦਲੇ ਆ ਉਨੇ ਹੀ ਉਹਦੇ ਰੂਪ ਹੈ ਤਾਂ ਇੱਕੋ ਹੀ ਆ ਉਹ। ਬੜੀਆਂ ਨੇ ਵਿਚਾਰਾਂ ਸਮਝਣ ਵਾਲੀਆਂ। ਸਾਹਿਬ ਜੀ ਕਹਿੰਦੇ ਬੇਲੋੜਾ ਇਹ ਵਾਦ ਵਿਵਾਦ ਵਧਾ ਕੇ ਅਸੀਂ ਨਫ਼ਰਤ ਦੀ ਜ਼ਿੰਦਗੀ ਜਿਉਂਦੇ ਜਿਉਂਦੇ ਇਸ ਦੁਨੀਆ ਤੋਂ ਚਲੇ ਜਾਂਦੇ ਹਾਂ, ਪਰ ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ। ਉਹਦਾ ਭੇਦ ਸਾਰੀ ਜ਼ਿੰਦਗੀ ਨਹੀਂ ਪਤਾ ਲੱਗਦਾ। ਜਿਹੜਾ ਇੱਕ ਹੈ ਉਹਦੇ ਨਾਮ ਤੇ ਹੀ ਅਸੀਂ ਵੰਡੀਆਂ ਪਾ ਕੇ ਲੜ ਰਹੇ ਹਾਂ, ਝਗੜ ਰਹੇ ਹਾਂ, ਨਫ਼ਰਤ ਜਿਹੜੀ ਫੈਲਾ ਰਹੇ ਹਾਂ। ਕਿਸੇ ਨੇ ਆਖਿਆ ਜਿੰਨੇ ਧਰਮ ਦੇ ਅਸਥਾਨ ਬਣਾ ਕੇ ਤੇ ਆਪਣਾ ਰੱਬ ਤੁਸੀਂ ਬਣਾ ਕੇ ਨਫ਼ਰਤ ਫੈਲਾ ਕੇ ਬੈਠੇ ਹੋਏ ਹੋ, ਪਰ ਕਦੇ ਉਸ ਧਰਮ ਅਸਥਾਨ ਦੀ ਇੱਟ ਦੇਖ ਲਿਓ। ਉਹ ਇੱਟ ਜਿਹੜੀ ਆ ਜਿੱਥੋਂ ਤਿਆਰ ਹੋਈ ਹੈ, ਇਹ ਉੱਥੋਂ ਹੀ ਉੱਥੇ ਇੱਟ ਲੱਗੀ ਹੋਏਗੀ, ਉੱਥੇ ਹੀ ਦੂਜੇ ਥਾਂ ਤੇ ਲੱਗੀ, ਉੱਥੇ ਹੀ ਤੀਜੇ ਥਾਂ ਤੇ ਲੱਗੀ ਹੋਏਗੀ। ਪਰ ਹੋਇਆ ਕੀ? ਅਸੀਂ ਉਹ ਵੰਡੀਆਂ ਇੰਨੀਆਂ ਪਾ ਲਈਆਂ, ਇਹ ਸੋਚਿਆ ਹੀ ਨਹੀਂ ਕਿ ਜਿੰਨੇ ਧਰਮ ਅਸਥਾਨ ਬਣੇ ਉਹਨਾਂ ਉੱਤੇ ਮਟੀਰੀਅਲ ਤਾਂ ਇੱਕੋ ਜਿਹਾ ਹੀ ਲੱਗਾ। ਅਸੀਂ ਸਿਰਫ ਸਰੀਰ ਵੇਖਦੇ ਹਾਂ, ਅਸੀਂ ਅੰਦਰ ਦੀ ਰੱਬੀ ਜੋਤ ਨਹੀਂ ਦੇਖ ਪਾ ਰਹੇ ਹਾਂ। ਸਭ ਮੈਂ ਜੋਤ, ਜੋਤ ਹੈ ਸੋਏ ਤਿਸ ਦਾ ਚਾਨਣ, ਸਭ ਮੈਂ ਚਾਨਣ। ਭਗਤ ਸਾਹਿਬਾਨ ਨੇ ਵੇਖਿਆ, ਉਹਨਾਂ ਨੇ ਕਹਿ ਦਿੱਤਾ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਉਹਦੇ ਤੋਂ ਬਗੈਰ ਤਾਂ ਅੰਦਰ ਹੈ ਹੀ ਕੋਈ ਨਹੀਂ ਦੂਜਾ। ਫਿਰ ਅਸੀਂ ਆਪਣੇ ਆਪਣੇ ਰੱਬ ਕਿੱਦਾਂ ਬਣਾ ਲਏ? ਨਾ ਭੇਦ ਹੋਣ ਕਰਕੇ ਹੀ ਇਹ ਸਾਡਾ ਨੁਕਸਾਨ ਹੋ ਰਿਹਾ। ਭੇਦ ਨਹੀਂ ਪਤਾ ਸਾਨੂੰ, ਤੇ ਕਿਸੇ ਨੂੰ ਵੀ ਅਥਾਰਟੀ ਨਹੀਂ ਦਿੱਤੀ ਹੋਈ ਵੀ ਮੈਂ ਆਪਣਾ ਰੱਬ ਵੱਖਰਾ ਬਣਾ ਲਾਂ ਤੇ ਮੈਂ ਆਪ ਰੱਬ ਬਣ ਕੇ ਬੈਠ ਜਾ। ਇਹ ਤਾਂ ਸਾਡੀਆਂ ਕਮਜ਼ੋਰੀਆਂ ਨੇ ਜੋ ਇਹਦਾ ਲਾਭ ਉਠਾ ਕੇ ਤੇ ਸਮਾਜ ਦੀ ਅੱਜ ਇਹ ਹਾਲਤ ਬਣੀ ਹੋਈ ਆ। ਸਤਿਗੁਰੂ ਮਹਾਰਾਜ ਕਹਿੰਦੇ ਜਹਾਂਗੀਰ ਬਾਦਸ਼ਾਹ ਨੂੰ, ਕਹਿੰਦੇ ਨੇ ਇਹ ਜਿਹੜੀ ਦੁਨੀਆ ਹੈ ਨਾ, ਇਹਦੇ ਵਿੱਚ ਕੋਈ ਬੋਲੇ ਰਾਮ ਰਾਮ, ਕੋਈ ਖੁਦਾ ਏ, ਕੋਈ ਰਾਮ ਕਹਿ ਰਿਹਾ, ਕੋਈ ਖੁਦਾ ਕਹਿ ਰਿਹਾ, ਕੋਈ ਕਹੇ ਗੁਸਾਈਆਂ, ਕੋਈ ਗੁਸਾਈਆਂ ਕਹਿ ਰਿਹਾ, ਕੋਈ ਅੱਲਾਹ ਕਹਿ ਰਿਹਾ, ਕੋਈ ਉਹਨੂੰ ਗੁਸਾਈ ਕਹਿ ਰਿਹਾ, ਕੋਈ ਅੱਲਾਹ ਕਹਿ ਰਿਹਾ, ਕੋਈ ਖੁਦਾ ਕਹਿ ਰਿਹਾ, ਕੋਈ ਉਹਨੂੰ ਜਿਹੜਾ ਉਹ ਰਾਮ ਆਖਦਾ ਹੈ। ਕਰਨ ਰਹੀਮ ਕਿਰਪਾ ਤਾਰ ਰਹੀਮ। ਸਾਹਿਬ ਕਹਿੰਦੇ ਨੇ ਕਰਨ, ਉਹ ਜਿਹੜਾ ਕਰਨ ਪ੍ਰਭ ਏਕ ਹੈ, ਦੂਸਰਾ ਨਹੀਂ ਕੋਈ। ਕਰਨ ਵਾਲਾ ਇੱਕੋ ਹੀ ਹੈ, ਰਹੀਮ ਵੀ ਉਹੀ ਹੈ, ਤੇ ਉਹ ਕਿਰਪਾ ਕਰਨ ਵਾਲਾ ਵੀ ਉਹੀ ਹੈ। ਹੁਣ ਇਸਲਾਮ ਦੇ ਵਿੱਚ ਉਹਨੂੰ ਰਹੀਮ ਕਿਹਾ ਜਾਂਦਾ ਹੈ, ਤੇ ਜਦੋਂ ਸਨਾਤਨ ਧਰਮ ਦੇ ਵਿੱਚ ਵੇਖਾਂਗੇ ਉਹਨੂੰ ਕਿਹਾ ਜਾਂਦਾ ਕਿਰਪਾ ਧਾਰਨ ਵਾਲਾ, ਕਿਰਪਾਲੂ। ਪਰ ਕਿਰਪਾ ਔਰ ਰਹੀਮ ਅਰਥ ਇੱਕੋ ਹੀ ਨਿਕਲਣੇ ਆ, ਸਿਰਫ ਨਾਮ ਵੱਖਰੇ ਨੇ ਪਰ ਉਹਦੇ ਅਰਥ ਜਿਹੜੇ ਨੇ ਉਹ ਸੇਮ ਹੀ ਨੇ। ਅਸੀਂ ਨਾਮਾਂ ਦੇ ਵੱਖ ਹੋਣ ਕਰਕੇ ਆਪਸ ਵਿੱਚ ਝਗੜ ਰਹੇ ਹਾਂ। ਉਹ ਕਹਿਣ ਲੱਗੇ ਨਹੀਂ ਅਸੀਂ ਤੇ ਰਹੀਮ ਹੀ ਕਹਿਣਾ, ਉਹ ਕਹਿੰਦੇ ਨਹੀਂ ਅਸੀਂ ਤੇ ਉਹਨੂੰ ਕਿਰਪਾਲੂ ਹੀ ਕਹਿਣਾ। ਇਸ ਲਈ ਸਾਹਿਬ ਜੀ ਕਹਿੰਦੇ ਨੇ ਕਰਨ ਜਿਹੜਾ ਪਰਮੇਸ਼ਵਰ ਹੈ ਉਹੀ ਰਹੀਮ ਹੈ ਤੇ ਉਹੀ ਕਿਰਪਾਲੂ ਹੈ। ਇਹ ਪੂਰੇ ਸ਼ਬਦ ਦਾ ਕੇਂਦਰੀ ਭਾਵ ਹੈ। ਰਹਾਉ ਦਾ ਮਤਲਬ ਹੁੰਦਾ ਰੁਕਣਾ, ਰੁਕ ਕੇ ਸਮਝ ਕੇ ਚੱਲਣਾ। ਸ਼ਬਦ ਦਾ ਕੇਂਦਰੀ ਭਾਵ ਕਹਿੰਦਾ ਹੈ ਕਿ ਉਹ ਇੱਕੋ ਹੀ ਹੈ। ਕਰਨ ਕਰਵਾਉਣ ਵਾਲਾ, ਪੈਦਾ ਕਰਨ ਵਾਲਾ ਵੀ ਉਹੀ ਹੈ, ਮਿਟਾਉਣ ਵਾਲਾ ਵੀ ਉਹੀ ਹੈ, ਭੰਨਣ ਵਾਲਾ ਵੀ ਉਹੀ ਹੈ, ਘੜਨ ਵਾਲਾ ਵੀ ਉਹੀ ਹੈ, ਸੰਸਾਰ ਨੂੰ ਬਣਾਉਣ ਵਾਲਾ ਵੀ ਉਹੀ ਹੈ, ਚਲਾਉਣ ਵਾਲਾ ਵੀ ਉਹੀ ਹੈ, ਤੇ ਸੰਸਾਰ ਦੇ ਜੀਆਂ ਨੂੰ ਪਾਲਣ ਵਾਲਾ ਵੀ ਉਹੀ ਹੈ। ਇਸੇ ਲਈ ਸਾਡੀ ਸ਼ੁਰੂਆਤ ਸਤਿਗੁਰੂ ਜੀ ਨੇ ਇੱਕ ਓੰਕਾਰ ਤੋਂ ਕੀਤੀ ਹੈ। ਤੇ ਇਹ ਵੀ ਇੱਕ ਦਿਨ ਬੇਨਤੀ ਕੀਤੀ ਸੀ, ਅਸੀਂ ਇੱਕ ਓੰਕਾਰ ਨੂੰ ਸਮਝਣ ਲਈ ਜਪਜੀ ਸਾਹਿਬ ਦਾ ਪਾਠ ਕਰਨਾ ਹੈ ਤਾਂ ਕਿ ਸਾਨੂੰ ਇੱਕ ਓੰਕਾਰ ਦੀ ਸਮਝ ਆ ਜਾਏ। ਅਸੀਂ ਫਿਰ ਜਿਹੜਾ ਜਪਜੀ ਸਾਹਿਬ ਜੀ ਨੂੰ ਸਮਝਣ ਲਈ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਨੀ ਹੈ, ਇਹਦੇ ਵਿੱਚ ਭਗਤਾਂ ਦੀ ਬਾਣੀ, ਤਾਂ ਕਿ ਸਾਨੂੰ ਸਮਝ ਆ ਜਾਏ ਉਹ ਜਿਹੜਾ ਇੱਕ ਓੰਕਾਰ ਪਰਮੇਸ਼ਵਰ ਹੈ ਨਾ, ਉਹਦਾ ਵਸੇਵਾ ਕਿੱਥੇ ਹੈ, ਉਹ ਵਸਦਾ ਕਿੱਥੇ ਹੈ, ਉਹਦੀ ਜਦੋਂ ਨਜ਼ਰ ਹੁੰਦੀ ਫਿਰ ਉਦੋਂ ਜੀਵਨ ਵਿੱਚ ਬਦਲਾਵ ਕੀ ਆਉਂਦਾ ਹੈ। ਇਹ ਸਾਨੂੰ ਸਾਰੀਆਂ ਗੱਲਾਂ ਮਹਾਰਾਜ ਨੇ ਜਪਜੀ ਸਾਹਿਬ ਦੇ ਵਿੱਚ ਸਮਝਾਈਆਂ ਨੇ। ਕਿਉਂ? ਤਾਂ ਕਿ ਇੱਕ ਓੰਕਾਰ ਦੀ ਸਮਝ ਆ ਜਾਏ। ਤਾਂ ਸਤਿਗੁਰੂ ਮਹਾਰਾਜ ਜੀ ਸਮਝਾ ਰਹੇ ਨੇ, ਕਹਿਣ ਲੱਗੇ ਦੇਖੋ ਕੋਈ ਬੋਲੇ ਰਾਮ ਰਾਮ, ਕੋਈ ਖੁਦਾ ਏ, ਕੋਈ ਸੇਵੈ ਗੋਸਾਈਆਂ, ਕੋਈ ਅੱਲਾਹ ਹੈ। ਉਹ ਕਰਨ ਰਹੀਮ ਜਿਹੜਾ ਹੈ ਨਾ ਪਰਮੇਸ਼ਵਰ, ਉਹ ਇੱਕ ਹੀ ਹੈ, ਉਹਦੇ ਨਾਮ ਵੱਖਰੇ ਹਨ। ਕੋਈ ਨਾਵੇ ਤੀਰਥ, ਕੋਈ ਹਜ ਜਾਏ, ਕੋਈ ਕਰੇ ਪੂਜਾ, ਕੋਈ ਸਿਰ ਨਿਭਾਏ। ਇਸ ਧਰਤੀ ਉੱਤੇ ਰੱਬ ਜੀ ਨੇ ਕੁਦਰਤ ਦੇ ਬੰਦੇ ਇੱਕੋ ਹੀ ਸਾਰ ਬਣਾਏ ਸੀ, ਭਾਵੇਂ ਇੱਕੋ ਹੀ ਮਿੱਟੀ ਤੋਂ ਬਣਾਏ ਸੀ। ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ। ਆਪਾਂ ਸਾਰੇ ਹੀ ਕੁਦਰਤ ਦੇ ਬੰਦੇ ਆ। ਜੇ ਕਿਤੇ ਬ੍ਰਾਹਮਣ ਨੇ ਕਬੀਰ ਜੀ ਨੂੰ ਕਹਿ ਦਿੱਤਾ ਵੀ ਤੂੰ ਨੀਵੀਂ ਜਾਤ ਦਾ, ਮੈਂ ਉੱਚੀ ਜਾਤ ਦਾ, ਮੇਰਾ ਤੇਰਾ ਮੇਲ ਨਹੀਂ ਹੋ ਸਕਦਾ, ਤੂੰ ਮੇਰੇ ਸਾਹਮਣੇ ਨਹੀਂ ਆਉਣਾ, ਜਾਂ ਮੈਂ ਧਰਮ ਮੰਦਰ ਵਿੱਚ ਹੋਵਾਂ ਜਾਂ ਇਸ਼ਨਾਨ ਕਰਾਂ, ਤੂੰ ਮੇਰੇ ਸਾਹਮਣੇ ਨਹੀਂ ਆਉਣਾ ਚਾਹੀਦਾ। ਕਬੀਰ ਜੀ ਕਹਿਣ ਲੱਗੇ ਵੀ ਆਪਾਂ ਬੈਠ ਕੇ ਨਿਰਣਾ ਹੀ ਕਰ ਲੈਂਦੇ ਆ ਕਿ ਤੈਨੂੰ ਬਣਾਉਣ ਵਾਲਾ ਰੱਬ ਹੋਰ ਸੀ ਤੇ ਮੈਨੂੰ ਬਣਾਉਣ ਵਾਲਾ ਰੱਬ ਹੋਰ ਸੀ। ਤੇਰੇ ਮੇਰੇ ਵਿੱਚ ਫਰਕ ਕੀ ਹੈ? ਜੋ ਤੋਂ ਬ੍ਰਾਹਮਣੀ ਜਾਇਆ ਤੋਂ ਆਨ ਬਾਟ ਕਾਹੇ ਨਹੀਂ ਆਇਆ, ਬਾਟ ਮੈਨੇ ਰਸਤਾ। ਜਾਂ ਤਾਂ ਤੂੰ ਪਹਾੜਾਂ ਤੋਂ ਕਿਤੋਂ ਨਿਕਲਿਆ ਫਿਰ ਤੇ ਤੈਨੂੰ ਕਹੀਏ ਵੀ ਤੇਰਾ ਰੱਬ ਵੱਖਰਾ ਹੈ।
ਕਿਤੇ ਤੂੰ ਆਸਮਾਨ ਤੋਂ ਡਿੱਗਿਆ ਹੋਵੇਂ, ਕਿਸੇ ਦਰਖਤ ਵਿੱਚੋਂ ਦੀ ਪੈਦਾ ਹੋਇਆ ਹੋਵੇਂ, ਫਿਰ ਤਾਂ ਕਹੀਏ ਤੈਨੂੰ ਵੀ ਮਾਤਾ ਨੇ ਜਨਮ ਦਿੱਤਾ, ਮੈਨੂੰ ਵੀ ਮਾਤਾ ਨੇ ਜਨਮ ਦਿੱਤਾ। ਤੇਰੇ ਵੀ ਲਹੂ ਦਾ ਰੰਗ ਲਾਲ ਹੈ, ਮੇਰੇ ਵੀ ਲਹੂ ਦਾ। ਤੈਨੂੰ ਵੀ ਰੱਬ ਨੇ 2 ਅੱਖਾਂ ਦਿੱਤੀਆਂ, ਮੈਨੂੰ ਵੀ 2 ਅੱਖਾਂ ਦਿੱਤੀਆਂ ਨੇ। ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜਿਹਬਾ ਦਿੱਤੀ ਬੋਲੇ ਤਾਤ, ਤੇ ਤੇਰੀ ਵੀ ਹੋਈ। ਫਿਰ ਤੇਰੇ ਮੇਰੇ 'ਚ ਫਰਕ ਕੀ ਹੋ ਗਿਆ? ਕਈ ਭੁਲੇਖੇ ਜਿਹੜੇ ਆ ਉਹ ਕਬੀਰ ਸਾਹਿਬ ਜੀ ਨੇ ਬਾਣੀ ਦੇ ਰਾਹੀਂ ਕੱਢੇ ਨੇ। ਇੱਥੇ ਸਤਿਗੁਰੂ ਮਹਾਰਾਜ ਕਹਿੰਦੇ ਕੋਈ ਨਹਾਵੇ ਤੀਰਥ, ਜਿਹੜੇ ਸਨਾਤਨ ਧਰਮ ਹੈ ਉਹ ਹੁਣ ਤੀਰਥਾਂ ਤੇ ਨਹਾਉਣ ਵਾਸਤੇ ਜਾਂਦੇ ਆ। ਕੋਈ ਹੱਜ ਜਾਏ, ਕੋਈ ਜਿਹੜਾ ਉਹ ਕਹਿੰਦੇ ਕਾਬੇ ਜਾਂਦਾ ਹੱਜ ਕਰਨ ਵਾਸਤੇ। ਜਿਹੜਾ ਕਹਿੰਦਾ ਮੇਰਾ ਖੁਦਾ ਹੈ ਉਹ ਹੱਜ ਕਰਨ ਵਾਸਤੇ ਜਾਂਦਾ ਹੈ। ਜਿਹੜਾ ਕਹਿੰਦਾ ਮੇਰਾ ਰਾਮ ਹੈ ਉਹ ਤੀਰਥ ਤੇ ਨਹਾਉਣ ਵਾਸਤੇ ਜਾਂਦਾ ਹੈ। ਕੋਈ ਕਰੇ ਪੂਜਾ, ਜਿਹੜੇ ਕਹਿੰਦੇ ਅਸੀਂ ਸਨਾਤਨ ਧਰਮ ਨਾਲ ਜੁੜੇ ਆ ਤੇ ਉਹ ਫਿਰ ਤਰ੍ਹਾਂ ਤਰ੍ਹਾਂ ਦੀ ਪੂਜਾ ਕਰ ਰਹੇ ਆ। ਕੋਈ ਸਿਰ ਨਵਾਏ, ਜਿਹੜੇ ਇਸਲਾਮ ਧਰਮ ਨਾਲ ਜੁੜੇ ਆ ਉਹ ਫਿਰ ਉਸ ਖੁਦਾ ਅੱਗੇ ਸਿਜਦਾ ਕਰਦੇ ਆ, ਸਿਰ ਨਵਾਉਂਦੇ ਆ। ਪਰਮਾਤਮਾ ਨੇ ਇੱਕੋ ਹੀ ਮਿੱਟੀ ਤੋਂ ਸਾਰੇ ਬਣਾਏ ਸੀ, ਪਰ ਕੀ ਹੋਇਆ ਜਿਹੜਾ ਇਹ ਵਖੇਵਾਂਪਨ ਆ ਗਿਆ। ਇੱਕ ਕਹਿੰਦਾ ਵੀ ਮੈਂ ਤੀਰਥ ਤੇ ਜਾਣਾ, ਇੱਕ ਕਹਿੰਦਾ ਮੈਂ ਹੱਜ ਕਰਨ ਜਾਣਾ, ਇੱਕ ਕਹਿੰਦਾ ਮੈਂ ਉਹਨੂੰ ਸਿਰ ਨਵਾਉਣਾ, ਇੱਕ ਕਹਿੰਦਾ ਮੈਂ ਉਹਨੂੰ ਉਹਦੀ ਪੂਜਾ ਕਰਨੀ ਹੈ। ਕੋਈ ਪੜੈ ਵੇਦ, ਕੋਈ ਕਤੇਬ, ਕੋਈ ਉੜੈ ਨੀਲ, ਕੋਈ ਸੁਪੇਦ। ਸਾਹਿਬ ਜੀ ਕਹਿੰਦੇ ਆਪਣੇ ਆਪਣੇ ਅਸੀਂ ਧਰਮ ਗ੍ਰੰਥ ਜਿਹੜੇ ਆ ਉਹ ਵੀ ਵੰਡ ਲਿਆ। ਇਹ ਵੀ ਧਿਆਨ ਰੱਖਿਓ, ਮਾਣ ਜ਼ਰੂਰ ਕਰਨਾ ਚਾਹੀਦਾ ਹੈ ਕਿ ਇੱਕੋ ਇੱਕ ਆਲ ਵਰਲਡ ਦੇ ਵਿੱਚ, ਪੂਰੀ ਦੁਨੀਆ 'ਚ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉਹ ਗ੍ਰੰਥ ਨੇ ਗੁਰੂ ਸਾਹਿਬ ਦੇ ਰੂਪ ਵਿੱਚ, ਜਿੱਥੇ ਤੁਹਾਨੂੰ ਦੋਵੇਂ ਆਵਾਜ਼ਾਂ ਸੁਣਾਈ ਦੇਣਗੀਆਂ, ਅੱਲਾਹ ਦੀ ਵੀਆਂ ਤੇ ਰਾਮ ਦੀਆਂ ਵੀ। ਜਿੱਥੇ ਤੁਹਾਨੂੰ ਦੱਸਿਆ ਜਾਏਗਾ ਕਿ ਦੁਨੀਆ ਰਾਮ ਰਾਮ ਕਰਤਾ, ਸਭ ਜਗ ਫਿਰੇ ਰਾਮ ਨਾ ਪਾਇਆ ਜਾਏ। ਤੇ ਦੂਜੇ ਪਾਸੇ ਕਹਿੰਦੇ ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਲਾਦ ਜਪਿਓ ਹਰ ਜੈਸੇ। ਔਰ ਫਿਰ ਆਵਾਜ਼ ਆਉਂਦੀ ਹੈ ਅਵਲ ਅੱਲਾਹ ਨੂਰ ਪਾਇਆ ਕੁਦਰਤ ਕੇ ਸਭ ਬੰਦੇ। ਜਿੰਨੇ ਵੀ ਇਸਲਾਮ ਧਰਮ ਦੇ ਨਾਮ ਨੇ ਉਸ ਖੁਦਾ ਦੇ, ਉਹ ਸਾਰੇ ਨਾਮ ਗੁਰੂ ਗ੍ਰੰਥ ਸਾਹਿਬ ਵਿੱਚ ਲਏ ਜਾਂਦੇ ਆ, ਕਿਉਂਕਿ ਇਹ ਸਰਬ ਸਾਂਝਾ ਹੈ। ਇਹ ਮਨੁੱਖਤਾ ਦੀ ਵੰਡਤਾ ਨਹੀਂ ਕਰਦਾ, ਮਨੁੱਖ ਨੂੰ ਵੰਡਦੇ ਨਹੀਂ, ਸਗੋਂ ਵੰਡੀਆਂ ਪਈਆਂ ਹੋਈਆਂ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਰਿਆਂ ਨੂੰ ਇੱਕ ਛੱਤ ਹੇਠਾਂ ਲਿਆਉਂਦੀ ਹੈ। ਇਹੀ ਕਾਰਨ ਸੀ ਕਿ ਗੁਰੂ ਅਰਜਨ ਦੇਵ ਜੀ ਕੋਲ ਸਾਈਂ ਮੀਆਂ ਮੀਰ ਜੀ ਆਉਂਦੇ ਆ। ਉਹ ਸਾਈਂ ਮੀਆਂ ਮੀਰ ਜਿਨ੍ਹਾਂ ਦਾ ਆਪਣਾ ਬੜਾ ਉੱਚਾ ਰੁਤਬਾ ਹੈ ਪੀਰ ਦੀ ਪਦਵੀ ਦਾ, ਪਰ ਉਹ ਕਹਿੰਦੇ ਮੈਂ ਆਪਣਾ ਖੁਦਾ ਗੁਰੂ ਅਰਜਨ ਦੇਵ ਜੀ ਵਿੱਚੋਂ ਵੇਖਦਾ, ਮੇਰੇ ਲਈ ਤੇ ਮੇਰਾ ਰੱਬ ਆ। ਇਸ ਵਾਸਤੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਇਹ ਜਿਹੜੀ ਨਫ਼ਰਤ ਫੈਲਾਈ ਗਈ ਹੈ ਨਾ ਰੱਬ ਦੇ ਨਾਮ ਤੇ, ਇਹਦਾ ਕਾਰਨ ਇਹ ਹੈ ਕਿ ਕੋਈ ਕਹਿੰਦਾ ਵੀ ਮੈਂ ਵੇਦ ਪੜ੍ਹਨੇ ਆ, ਕੋਈ ਕਹਿੰਦਾ ਮੈਂ ਕਤੇਬ ਪੜ੍ਹਨੇ ਆ, ਕੋਈ ਕਹਿੰਦਾ ਵੀ ਮੈਂ ਸਨਾਤਨ ਧਰਮ ਦਾ ਗ੍ਰੰਥ ਹੀ ਪੜ੍ਹਨਾ, ਤੇ ਕੋਈ ਕਹਿੰਦਾ ਮੈਂ ਇਸਲਾਮ ਧਰਮ ਦਾ ਗ੍ਰੰਥ ਜਿਹੜਾ ਮੈਂ ਉਹ ਪੜ੍ਹਨਾ, ਕੋਈ ਕਹਿੰਦਾ ਮੈਂ ਨੀਲਾ ਹੀ ਵਸਤਰ ਪਾਉਣਾ, ਕੋਈ ਕਹਿੰਦਾ ਮੈਂ ਚਿੱਟਾ ਹੀ ਵਸਤਰ। ਅਸੀਂ ਰੰਗਾਂ ਵਿੱਚ ਵੀ ਵੰਡੇ ਪਏ, ਬੰਦੇ ਤਾਂ ਵੰਡੇ ਹੀ ਵੰਡੇ ਸੀ, ਅਸੀਂ ਰੰਗਾਂ ਦੇ ਵਿੱਚ ਵੀ ਵੰਡੇ ਗਏ ਆ। ਮਾਫ ਕਰਨਾ, ਅਸੀਂ ਦੁਨੀਆ ਨੂੰ ਤਾਂ ਕੀ ਸਮਝਾਉਣਾ ਸੀ, ਅਸੀਂ ਤੇ ਆਪ ਹੀ ਵੰਡੇ ਗਏ ਆ। ਇੱਕੋ ਗੁਰੂ ਹੈ, ਇੱਕੋ ਬਾਣੀ ਹੈ, ਇੱਕੋ ਹੀ ਖੰਡੇ ਦੀ ਪੌਲ ਹੈ, ਪਰ ਅਸੀਂ ਆਪਸ ਵਿੱਚ ਧੜੇ ਕਿੰਨੇ ਬਣਾ ਲਏ, ਆਪਸ ਵਿੱਚ ਵੰਡੀਆਂ ਕਿੰਨੀਆਂ ਪਾ ਲਈਆਂ। ਅਸੀਂ ਤੇ ਦਸਤਾਰਾਂ ਵੀ ਵੰਡ ਲਈਆਂ, ਅਸੀਂ ਉਹਦਾ ਜਿਹੜਾ ਸਜਾਉਣ ਦਾ ਰੰਗ ਢੰਗ ਉਹ ਵੀ ਵੱਖਰਾ ਵੱਖਰਾ ਕਰ ਲਿਆ, ਅਸੀਂ ਪਹਿਰਾਵੇ ਵੀ ਵੱਖਰੇ ਵੱਖਰੇ ਕਰ ਲਏ। ਪੜ੍ਹ ਰਹੇ ਹਾਂ ਏਕ ਪਿਤਾ ਇੱਕ ਸਕੇ ਹਮ ਬਾਰਕ, ਪਰ ਜੋ ਪੜ੍ਹ ਰਹੇ ਹਾਂ ਉਹ ਅਸੀਂ ਦਿਖਾ ਨਹੀਂ ਰਹੇ ਹਾਂ, ਕਮਾਂ ਕੁਝ ਹੋਰ ਰਹੇ ਹਾਂ। ਪੜ੍ਹ ਰਹੇ ਹਾਂ ਕਿ ਸਾਡਾ ਸਭਨਾਂ ਦਾ ਇੱਕੋ ਹੀ ਮਾਲਕ ਹੈ, ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀਓ ਪ੍ਰਤਪਾਲਕ ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਰਕ। ਪਰ ਵੰਡੀਆਂ ਪਾ ਕੇ ਬੈਠੇ ਹਾਂ, ਪਹਿਰਾਵੇ ਆਪਣੇ ਆਪਣੇ, ਚੋਲੇ ਆਪਣੇ ਆਪਣੇ, ਦਸਤਾਰਾਂ ਆਪਣੀਆਂ ਆਪਣੀਆਂ, ਰੰਗ ਵੀ ਆਪਣੇ ਆਪਣੇ। ਇਹ ਤਾਂ ਫਲਾਣੀ ਸੁਸਾਇਟੀ ਦਾ ਹੈ, ਇਹ ਫਲਾਣੀ ਸੁਸਾਇਟੀ ਦਾ ਹੈ, ਇਹ ਫਲਾਣੀ ਸੰਸਥਾ ਦਾ ਹੈ, ਇਹ ਫਲਾਣੀ ਸੰਸਥਾ ਦਾ ਹੈ। ਅਸੀਂ ਤੇ ਆਪਣੇ ਆਪਣੇ ਵੰਡ ਲਏ, ਪਰ ਗੁਰੂ ਨੂੰ ਕਿਵੇਂ ਵੰਡੋਗੇ, ਗੁਰਬਾਣੀ ਕਿਵੇਂ ਵੰਡੋਗੇ? ਪਹਿਰਾਵੇ ਅਸੀਂ ਬਦਲ ਲਏ, ਦਸਤਾਰਾਂ ਆਪਣੀਆਂ ਆਪਣੀਆਂ, ਰੰਗ ਆਪਣੇ ਆਪਣੇ, ਪਰ ਜਪਜੀ ਸਾਹਿਬ ਦਾ ਇੱਕੋ ਹੀ ਹੈ ਨਾ, ਉਹਦਾ ਨਹੀਂ ਵੰਡਿਆ ਜਾਣਾ। ਬਾਣੀ ਤਾਂ ਇੱਕੋ ਹੀ ਹੈ, ਉਹਨੂੰ ਕਿਵੇਂ ਵੰਡਾਂਗੇ ਅਸੀਂ? ਇਸ ਲਈ ਸਤਿਗੁਰੂ ਜੀ ਕਹਿੰਦੇ ਇਹ ਜਿਹੜੀ ਵਾਦ ਵਿਵਾਦ ਦੀ ਗੱਲ ਹੈ ਨਾ, ਇਹ ਇੱਥੋਂ ਪੈਦਾ ਹੁੰਦੀ ਹੈ ਕਿ ਅਸੀਂ ਕਾਰਨ ਨਹੀਂ ਲੱਭਦੇ। ਅਸੀਂ ਗੱਲ ਉੱਥੇ ਹੀ ਆ ਜਾਣੀ ਆ, ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ। ਉਹਦਾ ਭੇਦ ਨਾ ਪਾਉਣ ਕਰਕੇ ਕੋਈ ਕਹਿੰਦਾ ਮੈਂ ਆਹ ਗ੍ਰੰਥ ਪੜ੍ਹਨਾ, ਕੋਈ ਕਹਿੰਦਾ ਮੈਂ ਆਹ ਪੜ੍ਹਨਾ, ਕੋਈ ਕਹਿੰਦਾ ਮੈਂ ਨੀਲਾ ਵਸਤਰ ਪਾਉਣਾ, ਕੋਈ ਕਹਿੰਦਾ ਮੈਂ ਚਿੱਟਾ ਪਾਉਣਾ। ਬਸ ਇਹਨਾਂ ਦੇ ਵਿੱਚ ਹੀ ਉਲਝ ਕੇ ਰਹਿ ਗਏ ਹਾਂ। ਕੋਈ ਕਹੇ ਤੁਰਕ, ਕੋਈ ਕਹੇ ਹਿੰਦੂ, ਕੋਈ ਤੁਰਕ ਕਹਿ ਰਿਹਾ ਹੈ, ਕੋਈ ਹਿੰਦੂ ਕਹਿ ਰਿਹਾ ਹੈ। ਅੱਜ ਤਾਂ ਦੇਖੋ ਧਰਮ ਹੀ ਕਿੰਨੇ ਹੋ ਗਏ ਨੇ, ਅੱਜ ਤੇ ਹਰ ਇੱਕ ਦਾ ਆਪਣਾ ਆਪਣਾ ਜ਼ੋਰ ਲੱਗਾ ਹੋਇਆ ਹੈ ਕਿ ਮੈਂ ਵੱਡਾ ਮੈਂ ਵੱਡਾ। ਇਸੇ ਕਰਕੇ ਇਹ ਲੜਾਈਆਂ ਵੱਧ ਰਹੀਆਂ, ਧਰਮ ਦੀ ਦੁਨੀਆ ਵਿੱਚ ਕਤਲੇਆਮ ਨਫ਼ਰਤ ਫੈਲਾਈ ਜਾ ਰਹੀ ਹੈ ਤੇ ਧਰਮ ਦੇ ਅਸਥਾਨਾਂ ਤੇ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਤੇ ਜਿੱਥੇ ਸਰਬ ਸਾਂਝੀ ਆਵਾਜ਼ ਆਉਣੀ ਹੈ ਉੱਥੇ ਵੀ ਕੋਈ ਕਸਰ ਨਹੀਂ ਛੱਡੀ ਜਾਂਦੀ। ਉਦੋਂ ਵੀ ਗੁਰੂ ਅਰਜਨ ਦੇਵ ਜੀ ਨੂੰ ਤਤੀ ਤਵੀ ਤੇ ਬਿਠਾਇਆ, ਕਾਰਨ ਕੀ ਸੀ? ਇਹ ਸਰਬ ਸਾਂਝਾ ਉਪਦੇਸ਼ ਕਿਉਂ ਦਿੰਦੇ ਆ, ਇਹ ਸਾਰਿਆਂ ਨੂੰ ਇੱਕ ਕਿਉਂ ਕਰ ਰਹੇ ਆ, ਇਹ ਸੱਚਾਈ ਦੁਨੀਆ ਨੂੰ ਕਿਉਂ ਦੱਸ ਰਹੇ ਆ। ਅੱਜ ਵੀ ਜਿਹੜਾ ਉਹ ਗੁਰੂ ਗ੍ਰੰਥ ਸਾਹਿਬ ਜੀ ਤੇ ਹਮਲੇ ਹੁੰਦੇ ਆ, ਕਾਰਨ ਕੀ ਆ? ਵੀ ਇਹਦੇ ਵਿੱਚੋਂ ਸਰਬ ਸਾਂਝੀ ਵਾਰਤਾ ਦੀ ਆਵਾਜ਼ ਕਿਉਂ ਆਉਂਦੀ ਹੈ? ਇਹ ਸਾਰਿਆਂ ਨੂੰ ਇੱਕ ਕਰਕੇ ਅੰਦਰ ਦੀ ਨਫ਼ਰਤ ਈਰਖਾ ਕਿਉਂ ਮਿਟਾਉਂਦੇ ਆ? ਇਹ ਸਾਰਿਆਂ ਨੂੰ ਕਿਉਂ ਦੱਸਦੇ ਆ ਵੀ ਰੱਬ ਇੱਕੋ ਹੀ ਹੈ? ਉਹਨੂੰ ਰਾਮ ਕਹਿ ਲਓ, ਉਹਨੂੰ ਰਹੀਮ ਕਹਿ ਲਓ, ਉਹਨੂੰ ਅੱਲਾਹ ਕਹਿ ਲਓ, ਉਹਨੂੰ ਗੁਸਾਈ ਕਹਿ ਲਓ, ਉਹ ਇੱਕੋ ਹੀ ਹੈ ਪਰਮੇਸ਼ਵਰ। ਸਤਿਗੁਰੂ ਮਹਾਰਾਜ ਜੀ ਕਹਿੰਦੇ ਕੋਈ ਕਹੇ ਤੁਰਕ, ਕੋਈ ਕਹੇ ਹਿੰਦੂ। ਕੋਈ ਕਹਿੰਦਾ ਵੀ ਮੈਂ ਹਿੰਦੂ ਆ, ਕੋਈ ਕਹਿੰਦਾ ਮੈਂ ਤੁਰਕ ਹਾਂ। ਕੋਈ ਬਾਚੈ ਪਿਸਤ, ਕੋਈ ਤੁਰਕ ਹਿੰਦੂ। ਕੋਈ ਕਹਿੰਦਾ ਵੀ ਇਹ ਜਿਹੜਾ ਇਹਨੂੰ ਜੰਨਤ ਮਿਲੇਗੀ, ਕੋਈ ਕਹਿੰਦਾ ਇਹਨੂੰ ਵਹਿਸ਼ਤ ਮਿਲੇਗੀ, ਉਹ ਕਹਿੰਦੇ ਆ ਵੀ ਇਹਨੂੰ ਨਰਕ ਮਿਲੇਗਾ, ਇਹਨੂੰ ਸਿਰ ਗੰਦੂ ਦਾ ਅਰਥ ਹੁੰਦਾ ਸਵਰਗ, ਇਹਨੂੰ ਸਵਰਗ ਮਿਲੇਗਾ। ਅਸੀਂ ਭਾਸ਼ਾਵਾਂ ਬਦਲ ਲਈਆਂ ਨੇ, ਅਸੀਂ ਬੋਲੀਆਂ ਬਦਲ ਲਈਆਂ ਨੇ, ਪਰ ਜਿਹੜੀ ਉਸ ਮਾਲਕ ਦੀ ਖੇਡ ਆ ਉਹਨੂੰ ਨਹੀਂ ਬਦਲਿਆ ਜਾ ਸਕਦਾ। ਅਸੀਂ ਆਪਣੀ ਆਪਣੀ ਭਾਸ਼ਾ ਬਦਲ ਲਈ, ਉਹ ਵਹਿਸ਼ਤ ਕਹਿੰਦੇ ਆ, ਜੰਨਤ ਕਹਿੰਦੇ ਆ, ਇੱਧਰ ਨਰਕ ਤੇ ਸਵਰਗ ਕਿਹਾ ਜਾਂਦਾ ਹੈ। ਇਸ ਲਈ ਸਤਿਗੁਰੂ ਮਹਾਰਾਜ ਜੀ ਸਮਝਾਉਂਦੇ ਹਨ, ਆਹੋ ਨਾਨਕ ਜਿਨ ਹੁਕਮ ਪਛਾਤਾ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿ ਰਹੇ ਆ ਕਿ ਜਿਹਨੇ ਉਸ ਕਰਤੇ ਦੇ ਹੁਕਮ ਨੂੰ ਪਛਾਣ ਲਿਆ, ਅਸੀਂ ਉਹਦੇ ਹੁਕਮ ਨੂੰ ਪਛਾਣਨਾ ਹੈ। ਜਿਨ੍ਹਾਂ ਨੇ ਉਹਦੇ ਹੁਕਮ ਨੂੰ ਪਛਾਣ ਲਿਆ ਹੈ, ਰੱਬ ਸਾਹਿਬ ਕਾ ਤਿਨ ਭੇਦ ਜਾਤਾ। ਉਹਨੇ ਫਿਰ ਰੱਬ ਜੀ ਦਾ ਭੇਦ ਪਾ ਲਿਆ, ਉਹਨੇ ਪਰਮੇਸ਼ਵਰ ਨੂੰ ਜਾਣ ਲਿਆ ਹੈ। ਜਿਹਨੇ ਉਹਦੇ ਹੁਕਮ ਨੂੰ ਪਛਾਣ ਲਿਆ, ਉਹਨੇ ਉਹਦਾ ਭੇਦ ਪਾ ਲਿਆ। ਜਿਹਨੇ ਉਹਦਾ ਭੇਦ ਪਾ ਲਿਆ, ਉਹਦੇ ਅੰਦਰ ਕਿਸੇ ਪ੍ਰਤੀ ਨਫ਼ਰਤ ਨਹੀਂ ਰਹੇਗੀ, ਉਹਦੇ ਅੰਦਰ ਕਿਸੇ ਦੇ ਪ੍ਰਤੀ ਵੀ ਈਰਖਾ ਨਹੀਂ ਰਹੇਗੀ, ਉਹਦੇ ਲਈ ਸਾਰੇ ਹੀ ਰੱਬ ਦੇ ਬੰਦੇ ਹੋਣਗੇ। ਧਿਆਨ ਰੱਖਿਓ, ਗੁਰੂ ਅਰਜਨ ਦੇਵ ਮਹਾਰਾਜ ਜੀ ਜਿਹੜੀ ਸਰਬ ਸਾਂਝੀ ਗੱਲ ਕਰਦੇ ਆ ਨਾ, ਜਦੋਂ ਸ਼ਹੀਦੀ ਦਿਹਾੜਾ ਹੁੰਦਾ ਨਾ ਸਤਿਗੁਰੂ ਜੀ ਦਾ, ਤੇ ਉਚੇਚੇ ਤੌਰ ਦੇ ਉੱਤੇ ਠੰਡੇ ਜਲ ਦੀਆਂ ਛਬੀਲਾਂ ਥਾਂ ਥਾਂ ਲੱਗਦੀਆਂ ਨੇ। ਜਾਂ ਅੱਜ ਵੀ ਕੋਈ ਕੁਦਰਤੀ ਆਫਤ ਆਵੇ ਤਾਂ ਗੁਰੂ ਘਰ ਵਿੱਚੋਂ ਦੀ ਸੇਵਕ ਉੱਠ ਕੇ ਲੰਗਰ ਦੀਆਂ ਸੇਵਾਵਾਂ ਨਿਭਾਉਂਦੇ ਨੇ। ਪਰ ਜਦੋਂ ਕਿਸੇ ਨੂੰ ਜਲ ਰਾਹ ਜਾਂਦੇ ਨੂੰ ਜਲ ਛਕਾਉਣ, ਜਾਂ ਕਿਸੇ ਭੁੱਖੇ ਨੂੰ ਲੰਗਰ ਛਕਾਉਣ, ਤੇ ਪਹਿਲਾਂ ਪੁੱਛਦੇ ਆ ਤੇਰਾ ਧਰਮ ਕੀ ਹੈ?
ਪਹਿਲਾਂ ਪੁੱਛਦੇ ਆ ਵੀ ਤੂੰ ਕਿਹੜਾ ਰੱਬ ਦਾ ਨਾਮ ਤੂੰ ਲੈਣਾ ਹੈ ਜਾਂ ਕਿਹੜੇ ਮੁਲਕ ਦਾ ਕਿਹੜੇ ਮਜ਼ਹਬ ਦਾ ਹੈ। ਨਹੀਂ, ਕੇਵਲ ਇਹ ਦੇਖਿਆ ਜਾਂਦਾ ਵੀ ਇਹ ਮਨੁੱਖ ਹੈ, ਇਹ ਇਨਸਾਨ ਹੈ, ਉਹਦਾ ਧਰਮ, ਉਹਦੀ ਬੋਲੀ, ਉਹਦਾ ਮਜ਼ਹਬ ਨਹੀਂ ਦੇਖਿਆ ਜਾਂਦਾ। ਬਸ ਆਹ ਸਾਨੂੰ ਗੁਰਬਾਣੀ ਸਮਝਾਉਂਦੀ ਆ ਕਿ ਅਸੀਂ ਕੇਵਲ ਇਹ ਦੇਖੀਏ ਵੀ ਕੁਦਰਤ ਕੇ ਸਭ ਬੰਦੇ, ਇਹ ਸਭ ਉਸ ਕਾਦਰ ਨੇ ਕੁਦਰਤ ਵਿੱਚ ਇਹਨਾਂ ਬੰਦਿਆਂ ਦੀ ਰਚਨਾ ਕੀਤੀ ਹੈ, ਕੋਈ ਵੱਖ ਨਹੀਂ ਹੈ। ਇਹ ਨਫ਼ਰਤ ਫੈਲਾਉਣ ਵਾਲਿਆਂ ਨੇ ਇੰਨੀ ਨਫ਼ਰਤ ਫੈਲਾਤੀ, ਅੱਜ ਅਸੀਂ ਇੱਕ ਦੂਜੇ ਨੂੰ ਦੇਖਣਾ ਨਹੀਂ ਚਾਹੁੰਦੇ, ਅੱਜ ਅਸੀਂ ਇੱਕ ਮੰਚ ਤੇ ਇਕੱਠੇ ਨਹੀਂ ਹੋਣਾ ਚਾਹੁੰਦੇ। ਸਤਿਗੁਰੂ ਮਹਾਰਾਜ ਕਹਿੰਦੇ ਜਿਹਨੇ ਉਹਦੇ ਹੁਕਮ ਨੂੰ ਪਛਾਣ ਲਿਆ, ਉਹਨੇ ਫਿਰ ਪ੍ਰਭ ਸਾਹਿਬ ਕਾ, ਉਹ ਜਿਹੜਾ ਪ੍ਰਭੂ ਹੈ, ਉਹ ਜਿਹੜਾ ਸਾਰੀ ਦੁਨੀਆ ਦਾ ਸਾਹਿਬ ਮਾਲਕ ਹੈ, ਕਹਿੰਦੇ ਨੇ ਤਿੰਨ ਭੇਦ ਜਾਤਾ, ਉਹਦਾ ਭੇਦ ਉਹਨਾਂ ਨੇ ਜਾਣ ਲਿਆ। ਜਿਹਨੇ ਰੱਬ ਦਾ ਭੇਦ ਜਾਣ ਲਿਆ, ਉਹ ਕਦੇ ਕਿਸੇ ਨਾਲ ਨਫ਼ਰਤ ਨਹੀਂ ਕਰੇਗਾ, ਉਹ ਕਦੇ ਕਿਸੇ ਨਾਲ ਈਰਖਾ ਨਹੀਂ ਰੱਖੇਗਾ, ਉਹ ਕਦੀ ਵੰਡੀਆਂ ਨਹੀਂ ਪਾ ਕੇ ਬੈਠੇਗਾ, ਉਹ ਕਦੇ ਵੀ ਜਿਹੜਾ ਉਹਨੂੰ ਵੱਖ ਨਹੀਂ ਸਮਝੇਗਾ। ਉਹ ਸਮਝੇਗਾ ਕਿ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਇਹ ਸ਼ੰਕਾ ਗੁਰੂ ਨਾਨਕ ਸਾਹਿਬ ਜੀ ਨੇ ਵੀ ਦੂਰ ਕੀਤੀ, ਇਹ ਸ਼ੰਕਾ ਗੁਰੂ ਅਰਜਨ ਦੇਵ ਜੀ ਵੀ ਦੂਰ ਕਰ ਰਿਹਾ, ਇਹ ਸ਼ੰਕਾ ਗੁਰੂ ਗੋਬਿੰਦ ਸਿੰਘ ਜੀ ਨੇ ਦੂਰ ਕੀਤੀ। ਜਦੋਂ ਪੀਰ ਭੀਖਣ ਸ਼ਾਹ ਗਿਆ ਨਾ ਪਟਨਾ ਸਾਹਿਬ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਦੋਂ ਪ੍ਰਕਾਸ਼, ਇਹ ਦੋ ਕੁਜੀਆਂ ਲੈ ਕੇ ਗਿਆ ਸੀ। ਦੋ ਕੁਜੀਆਂ ਦਾ ਮਤਲਬ ਇੱਕ ਸਨਾਤਨ ਵਾਲੀ ਸੀ, ਇੱਕ ਇਸਲਾਮ ਵਾਲੀ ਸੀ। ਵੀ ਦੇਖਾਂ ਵੀ ਇਹ ਪੀਰ ਜਿਹੜਾ ਆਇਆ ਇਸ ਧਰਤੀ ਤੇ ਇਹ ਕਿਹਦਾ ਬਣ ਕੇ ਆਇਆ ਹੈ। ਤੇ ਜਦੋਂ ਸਤਿਗੁਰੂ ਜੀ ਨੇ ਦੋਵੇਂ ਹੀ ਪਲਟਾਤੀਆਂ, ਇੱਕ 'ਚ ਦੁੱਧ ਸੀ, ਇੱਕ ਦੇ ਵਿੱਚ ਪਾਣੀ ਸੀ, ਉਹ ਜਦੋਂ ਦੋਵੇਂ ਹੀ ਉਲਟ ਗਈਆਂ ਤੇ ਜਦੋਂ ਉਹ ਪਾਣੀ ਤੇ ਦੁੱਧ ਮਿਕਸ ਹੋ ਗਿਆ, ਇਹ ਪੀਰ ਭੀਖਣ ਸ਼ਾਹ ਖੁਸ਼ੀ ਨਾਲ ਝੂਮਣ ਲੱਗਿਆ। ਜਦੋਂ ਖੁਸ਼ੀ ਨਾਲ ਝੂਮਿਆ ਤੇ ਇਹਦੇ ਮੁਰੀਦ ਕਹਿੰਦੇ ਆ ਪੀਰ ਜੀ ਕੀ ਹੋਇਆ? ਕਹਿੰਦੇ ਬਸ ਜਿਹੜਾ ਸਵਾਲ ਸੀ ਮੈਨੂੰ ਉਹਦਾ ਜਵਾਬ ਮਿਲ ਗਿਆ। ਤੇ ਇਹ ਜਿਹੜਾ ਪਟਨੇ ਦੀ ਧਰਤੀ ਤੇ ਅੱਜ ਮੇਰੇ ਖੁਦਾ ਦਾ ਰੂਪ ਪ੍ਰਗਟ ਹੋਇਆ, ਇਹ ਇੱਕ ਦਾ ਨਹੀਂ, ਇਹ ਪੂਰੀ ਦੁਨੀਆ ਦਾ ਬਣ ਕੇ ਆਇਆ ਹੈ। ਇਹ ਸਰਬ ਸਾਂਝਾ ਉਪਦੇਸ਼ ਦੇਣ ਵਾਸਤੇ ਆਇਆ। ਪਰ ਅਫਸੋਸ ਜਿਹੜੇ ਨਫ਼ਰਤ ਫੈਲਾਉਣ ਵਾਲੇ ਸੀ ਨਾ, ਉਹਨਾਂ ਨੇ ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਜੀ ਵੰਡ ਕੇ ਰੱਖਦੇ। ਇਹ ਸਾਡਾ ਦੁਖਾਂਤ ਹੈ। ਅੱਜ ਵੀ ਅਸੀਂ ਆਪਣੇ ਇਤਿਹਾਸ ਤੋਂ ਜਾਣੂ ਨਾ ਹੋਏ ਤੇ ਕੱਲ ਇਤਿਹਾਸ ਕੁਝ ਹੋਰ ਬਣ ਜਾਣਾ, ਬਣ ਵੀ ਰਿਹਾ, ਕੋਈ ਸ਼ੱਕ ਨਹੀਂ। ਗੁਰੂ ਨਾਨਕ ਸਾਹਿਬ ਨੂੰ ਹੋਰ ਬਣਾ ਕੇ ਦਿਖਾ ਦਿੱਤਾ, ਗੁਰੂ ਗੋਬਿੰਦ ਸਿੰਘ ਜੀ ਨੂੰ ਹੋਰ ਬਣਾ ਕੇ ਦਿਖਾ ਦਿੱਤਾ। ਕਮਜ਼ੋਰੀ ਕਿਹਦੀ ਹੈ? ਸਾਡੀ, ਕਿਉਂਕਿ ਅਸੀਂ ਇਤਿਹਾਸ ਤੋਂ ਵਾਕਿਫ ਨਹੀਂ ਹਾਂ। ਕੁਝ ਕਹਾਣੀਆਂ ਇਤਿਹਾਸ ਵਿੱਚ ਐਸੀਆਂ ਬਣਾ ਦਿੱਤੀਆਂ ਗਈਆਂ ਜਿਹਦੇ ਨਾਲ ਸਾਨੂੰ ਪਤਾ ਲੱਗਦਾ ਰਹੇ ਵੀ ਨਹੀਂ ਗੁਰੂ ਗੋਬਿੰਦ ਸਿੰਘ ਜੀ ਹੋਰ ਹੈ ਤੇ ਗੁਰੂ ਨਾਨਕ ਸਾਹਿਬ ਹੋਰ ਹੈ। ਪਰ ਪੀਰ ਭੀਖਣ ਸ਼ਾਹ ਨੂੰ ਪੁੱਛ ਕੇ ਵੇਖੋ, ਜਿਹੜਾ ਭੇਦ ਉਹਨੇ ਪਾ ਲਿਆ ਅਸੀਂ ਤੇ ਪਾ ਹੀ ਨਹੀਂ ਸਕੇ। ਸਾਈਂ ਮੀਆਂ ਮੀਰ ਨੂੰ ਪੁੱਛ ਕੇ ਵੇਖੋ, ਜਿਹੜਾ ਭੇਦ ਉਹਨੇ ਪਾ ਲਿਆ ਉਹ ਭੇਦ ਅਸੀਂ ਪਾ ਹੀ ਨਹੀਂ ਸਕੇ। ਤੁਸੀਂ ਰਾਏ ਬੁਲਾਰ ਨੂੰ ਪੁੱਛ ਕੇ ਵੇਖੋ, ਜਿਹੜਾ ਭੇਦ ਉਹਨੇ ਪਾ ਲਿਆ ਉਹ ਭੇਦ ਅਸੀਂ ਪਾ ਹੀ ਨਹੀਂ ਸਕੇ। ਜਿਸ ਦਿਨ ਅਸੀਂ ਤੁਸੀਂ ਸਾਰੇ ਇਹ ਭੇਦ ਪਾਲ ਪਾਉਣਾ ਕਿੱਥੋਂ ਹੈ? ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਚੋਂ। ਗਿਆਨ ਲੈ ਕੇ, ਸੋਝੀ ਲੈ ਕੇ, ਗੁਰਬਾਣੀ ਵਿੱਚੋਂ ਦੀ ਚਾਨਣ ਲੈ ਕੇ ਅਸੀਂ ਭੇਦ ਪਾਉਣਾ। ਜਦੋਂ ਪਾਲਾਂਗੇ ਤੇ ਸਾਡਾ ਤੁਹਾਡਾ ਸਾਰਿਆਂ ਦਾ ਰੱਬ ਇੱਕੋ ਹੀ ਹੋ ਜਾਏਗਾ। ਤੇ ਜੇ ਸਾਰਿਆਂ ਸਭਨਾਂ ਦਾ ਮਾਈ ਬਾਪ ਇੱਕੋ ਹੀ ਹੈ ਤੇ ਫਿਰ ਅਸੀਂ ਆਪਸ ਵਿੱਚ ਲੜ ਕਿਉਂ ਰਹੇ ਹਾਂ? ਫਿਰ ਨਫ਼ਰਤ ਕਿਉਂ ਦਿਨੋਂ ਦਿਨ ਵਧਾਈ ਜਾ ਰਹੀ ਹੈ? ਆਪਣੇ ਝਗੜੇ ਕਿਉਂ, ਕਤਲੇਆਮ ਕਿਉਂ? ਕਿੰਨਾ ਕਹਿਰ ਢਾਇਆ ਜਾ ਰਿਹਾ ਹੈ ਸਮਾਜ ਦੇ ਅੰਦਰ। ਗੁਰੂ ਸਾਹਿਬ ਕਿਰਪਾ ਕਰਨ ਕਿਤੇ ਇਹ ਗੱਲਾਂ ਸਮਝ ਵਿੱਚ ਆ ਜਾਣ ਕਿ ਸਭਨਾਂ ਦਾ ਮਾਈ ਬਾਪ ਇੱਕੋ ਹੀ ਹੈ। ਉਹਦੇ ਨਾਮ ਵੱਖ-ਵੱਖ ਨੇ, ਤੁਸੀਂ ਰਾਮ ਕਹੋ, ਰਹੀਮ ਕਹੋ, ਅੱਲਾ ਕਹੋ, ਗੁਸਾਈ ਕਹੋ, ਖੁਦਾ ਕਹੋ, ਵਾਹਿਗੁਰੂ ਕਹੋ, ਜਿੰਨੇ ਉਹਦੇ ਨਾਮ ਹੈ, ਪਰ ਉਹ ਆਪ ਪਰਮੇਸ਼ਵਰ ਇੱਕੋ ਹੀ ਹੈ, ਦੂਜਾ ਕੋਈ ਨਹੀਂ ਤੇ ਨਾ ਹੀ ਉਹਦੇ ਵਰਗਾ ਕੋਈ ਹੋਰ ਹੋ ਸਕਦਾ ਹੈ। ਸਤਿਗੁਰੂ ਜੀ ਨੇ ਇਹ ਪਾਵਨ ਸ਼ਬਦ ਉਚਾਰਨ ਕਰਕੇ ਜਹਾਂਗੀਰ ਦੇ ਦਰਬਾਰ ਲਾਹੌਰ ਦੇ ਵਿੱਚ ਸਾਹਿਬ ਜੀ ਨੇ ਇਹ ਸ਼ਬਦ ਸੁਣਾਉਣਾ ਕੀਤਾ। ਸ਼੍ਰੀ ਪਰਮੇਸ਼ਰ ਏਕ ਹੈ, ਝਗਰਤ ਦੋਏ ਬਿਤਾਏ। ਮਹਾਰਾਜ ਕਹਿੰਦੇ ਜਹਾਂਗੀਰ ਨੂੰ, ਬਾਦਸ਼ਾਹ ਨੂੰ, ਕਿ ਸਭਨਾਂ ਦਾ ਪਰਮੇਸ਼ਵਰ ਇੱਕੋ ਹੀ ਹੈ, ਰੱਬ ਇੱਕੋ ਹੀ ਹੈ। ਪਰ ਉਹਨੂੰ ਦੋ ਦੱਸ ਕੇ ਲੜਾਈਆਂ ਜਿਹੜੀਆਂ ਪੈਦਾ ਕੀਤੀਆਂ ਜਾ ਰਹੀਆਂ, ਵਾਦ ਵਿਵਾਦ ਪੈਦਾ ਕੀਤਾ ਜਾ ਰਿਹਾ ਕਿ ਤੁਹਾਡਾ ਰਾਮ ਹੋਰ ਹੈ, ਸਾਡਾ ਖੁਦਾ ਹੋਰ ਹੈ। ਇਹ ਦੋ ਦੱਸ ਕੇ ਹੀ ਝਗੜੇ ਪੈਦਾ ਕੀਤੇ ਜਾ ਰਹੇ ਆ, ਜਦ ਕਿ ਖੁਦਾ ਵੀ ਉਹੀ ਹੈ ਤੇ ਰਾਮ ਵੀ ਉਹੀ ਹੈ, ਰਮਿਆ ਹੋਇਆ ਪਰਮੇਸ਼ਵਰ। ਸਭ ਕਹਿੰਦੇ ਸ਼੍ਰੀ ਪਰਮੇਸ਼ਰ ਏਕ ਹੈ, ਇੱਕੋ ਹੀ ਹੈ ਪਰਮੇਸ਼ਰ, ਪਰ ਉਹਨੂੰ ਦੋ ਨਾਮਾਂ ਵਿੱਚ ਵੰਡ ਕੇ ਲੋਕ ਆਪਸ ਵਿੱਚ ਲੜ ਰਹੇ ਹਨ। ਸੁਣੋ ਸ਼ਾਹ ਨਿਸ਼ਚੈ ਕਰੋ, ਏਕੋ ਰਾਮ ਖੁਦਾਏ। ਕਹਿੰਦੇ ਉਸ ਵੇਲੇ ਮਹਾਰਾਜ ਕਹਿੰਦੇ ਬਾਦਸ਼ਾਹ ਨੂੰ, ਜਹਾਂਗੀਰ ਤੂੰ ਧਿਆਨ ਲਾ ਕੇ ਸੁਣ ਤੇ ਨਿਸ਼ਚਾ ਕਰ। ਸੁਣਨ ਦਾ ਵੀ ਤਾਂ ਹੀ ਫਾਇਦਾ ਜੇ ਆਪਾਂ ਭਰੋਸਾ ਕਰਾਂਗੇ, ਤੇ ਜੇ ਕਿਸੇ ਤੱਤ ਦੇ ਵਿੱਚ ਅਸੀਂ ਨਿਕਲਾਂਗੇ, ਜੇ ਤੱਤ ਹੀ ਨਾ ਕੱਢ ਸਕੇ ਨਿਚੋੜ, ਤੇ ਫਿਰ ਸੁਣਨ ਦਾ ਕੀ ਫਾਇਦਾ? ਕਹਿੰਦੇ ਨਿਸ਼ਚਾ ਕਰ, ਏਕੋ ਰਾਮ ਖੁਦਾਏ, ਖੁਦਾ ਵੀ ਉਹੀ ਹੈ ਤੇ ਰਾਮ ਵੀ ਉਹੀ ਹੈ। ਇੱਕੋ ਹੀ ਪਰਮੇਸ਼ਵਰ ਨੂੰ ਖੁਦਾ ਤੇ ਰਾਮ ਕਿਹਾ ਜਾਂਦਾ ਹੈ। ਅਰਥ ਕਿਰਪਾਲ ਰਹੀਮ ਕੋ ਏਕੋ ਜਾਣਿਓ ਜਾਏ। ਕਹਿੰਦੇ ਕਿਰਪਾਲ ਕਹਿ ਲੋ ਤੇ ਭਾਵੇਂ ਰਹੀਮ ਕਹਿ ਲੋ, ਦੋਵਾਂ ਦੇ ਅਰਥ ਸੇਮ ਹੀ ਨੇ। ਉਹ ਭਾਵੇਂ ਆਪਣੀ ਬੋਲੀ ਵਿੱਚ ਰਹੀਮ ਕਹਿ ਲੈਣ ਤੇ ਭਾਵੇਂ ਇਹ ਆਪਣੀ ਭਾਸ਼ਾ ਬੋਲੀ ਵਿੱਚ ਕਿਰਪਾਲ ਕਹਿ ਲੈਣ, ਕਿਰਪਾਲੂ, ਅਰਥ ਸੇਮ ਹੀ ਨੇ। ਅਰਥ ਕਿਰਪਾਲ ਰਹੀਮ ਕੇ ਏਕੇ ਜਾਣਿਓ ਜਾਏ, ਇੱਕੋ ਹੀ ਜਾਣਿਆ ਜਾਏਗਾ। ਰਹੀਮ ਦਾ ਅਰਥ ਵੀ ਉਹੀ ਹੈ, ਕਿਰਪਾਲ ਦਾ ਅਰਥ ਵੀ ਉਹੀ ਹੈ। ਪਕ ਬਾਦ ਪਰਸਪਰ ਝੂਠੇ ਦੋਏ ਬਣਾਏ। ਇਹ ਜਿਹੜੇ ਝੂਠੇ ਹੁੰਦੇ ਨੇ ਨਾ, ਆਪਣਾ ਸਿੱਕਾ ਚਲਾਉਣ ਵਾਲੇ, ਆਪਣਾ ਨਾਮ ਜਾਂ ਆਪਣੇ ਖਜ਼ਾਨੇ, ਆਪਣੀਆਂ ਜੇਬਾਂ ਭਰਨ ਵਾਲੇ, ਇਹਨਾਂ ਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਹੁੰਦਾ। ਜਿਨ੍ਹਾਂ ਨੇ ਆਪਣੇ ਖਜ਼ਾਨੇ ਭਰਨੇ ਹੁੰਦੇ ਆ, ਇਹਨਾਂ ਨੂੰ ਕਿਸੇ ਨਾਲ ਮਤਲਬ ਨਹੀਂ। ਇਹਨਾਂ ਦਾ ਕੰਮ ਹੁੰਦਾ ਆਪਸ ਵਿੱਚ ਲੜਾਉਣਾ, ਇਹਨਾਂ ਦਾ ਕੰਮ ਹੁੰਦਾ ਨਫ਼ਰਤ ਫੈਲਾਉਣੀ। ਇਹਨਾਂ ਦਾ ਕੰਮ ਹੁੰਦਾ ਕਿ ਦੋਵਾਂ ਨੂੰ ਰੱਬ ਦੇ ਨਾਮ ਤੇ ਲੜਾ ਦੇ, ਕਿਉਂਕਿ ਉਹ ਵੀ ਨਹੀਂ ਰੱਬ ਨੂੰ ਜਾਣਦਾ, ਉਹ ਵੀ ਨਹੀਂ ਜਾਣਦਾ, ਉਹਨੂੰ ਵੀ ਨਹੀਂ, ਸ਼੍ਰੀ ਭਗਵਾਨ ਭੇਦ ਇਹਨੇ ਵੀ ਨਹੀਂ ਪਾਇਆ ਤੇ ਇਹਨੇ ਵੀ ਨਹੀਂ ਪਾਇਆ। ਲੜਾ ਦਿਓ ਦੋਵਾਂ ਨੂੰ ਤੇ ਦੋਵਾਂ ਨੂੰ ਲੜਾ ਕੇ ਮੁੜ ਕੇ ਖਜ਼ਾਨੇ ਆਪਣੇ ਭਰ ਲਓ। ਇਹਨੂੰ ਰਾਜਨੀਤੀ ਕਹਿੰਦੇ ਆ। ਸਮਾਜ ਦੇ ਅੰਦਰ ਜਦੋਂ ਧਰਮ ਦੇ ਨਾਮ ਤੇ ਲੜਾਈਆਂ ਕਤਲੇਆਮ ਹੋਣ ਤੇ ਸਮਝ ਲੈਣਾ ਕਿ ਕੋਈ ਨਾ ਕੋਈ ਆਪਣਾ ਖਜ਼ਾਨਾ ਭਰਨਾ ਚਾਹੁੰਦਾ ਨਫ਼ਰਤ ਫੈਲਾ ਕੇ। ਸਤਿਗੁਰੂ ਮਹਾਰਾਜ ਜੀ ਕਹਿੰਦੇ ਬਾਦਸ਼ਾਹ, ਜੇ ਤੂੰ ਇਹਨੂੰ ਚੰਗੀ ਤਰ੍ਹਾਂ ਮਨ ਵਿੱਚ ਗੱਲ ਬਿਠਾ ਲਵੇਂ ਤਾਂ ਸੱਚ ਤਾਂ ਇੱਕੋ ਹੈ ਕਿ ਪੱਖ ਬਾਦ ਕਰ ਪਰਸਪਰ। ਪਰਸਪਰ ਮਨੇ ਆਮੋ ਸਾਹਮਣੇ, ਉਹ ਆਪਣਾ ਪੱਖ ਰੱਖਦਾ, ਉਹ ਆਪਣਾ, ਦੋਵੇਂ ਝੂਠੇ ਨੇ, ਦੋਵੇਂ ਝੂਠੇ ਆ, ਕਿਉਂਕਿ ਦੋਵਾਂ ਦਾ ਰੱਬ ਇੱਕੋ ਹੀ ਹੈ। ਪਰ ਦੋਵੇਂ ਆਪਣਾ ਆਪਣਾ ਜਦੋਂ ਪੱਖ ਰੱਖਦੇ ਆ, ਉਦੋਂ ਹੀ ਲੜਾਈਆਂ ਪੈਦਾ ਹੁੰਦੀਆਂ ਹਨ। ਅਮਰੋ ਮਤ ਹੈ ਅਪਰਬਿਦ ਮਿਲਿਓ ਦੋਨੋਂ ਸਾਥ। ਸਾਹਿਬ ਕਹਿੰਦੇ ਜਿਹੜੀ ਬਾਣੀ ਅਸੀਂ ਹਰਮੰਦਰ ਸਾਹਿਬ ਦਰਬਾਰ ਸਾਹਿਬ ਪ੍ਰਕਾਸ਼ ਕਰਕੇ ਰੱਬੀ ਬਾਣੀ ਦਾ ਹੁਕਮ ਸੁਣਾਇਆ ਹੈ, ਉਹ ਦੋਵਾਂ ਨੂੰ ਇੱਕ ਕਰਨ ਵਾਸਤੇ ਹੈ, ਦੋਵਾਂ ਦੀਆਂ ਵੰਡੀਆਂ ਪਾਉਣ ਵਾਸਤੇ ਨਹੀਂ। ਚਾਰ ਦਰਵਾਜ਼ੇ ਰੱਖੇ। ਜਦੋਂ ਪਹਿਲਾ ਹੁਕਮ ਆਇਆ ਸੀ ਤੇ ਇਹ ਥੋੜੀ ਕਿ ਇੱਕ ਦਰਵਾਜ਼ੇ ਤੋਂ ਹੋਰ ਹੁਕਮ ਸੀ ਤੇ ਦੂਜੇ ਦਰਵਾਜ਼ੇ ਤੋਂ ਹੋਰ ਹੁਕਮ ਸੀ ਤੇ ਤੀਜੇ ਤੋਂ ਹੋਰ, ਚੌਥੇ ਤੋਂ ਹੋਰ। ਜਾਂ ਅੱਜ ਵੀ ਅੰਮ੍ਰਿਤ ਵੇਲੇ ਜਦੋਂ ਪ੍ਰਕਾਸ਼ ਹੁੰਦਾ ਹੈ ਤੇ ਹੁਕਮ ਆਉਂਦਾ ਹੈ, ਇਹ ਥੋੜੀ ਵੀ ਜਿੰਨੇ ਧਰਮਾਂ ਦੇ, ਜਿੰਨੇ ਜਾਤ ਪਾਤ ਦੇ ਲੋਕ ਆਉਣੇ ਆ, ਉਨੇ ਹੀ ਹੁਕਮ ਸੁਣਾਏ ਜਾਣੇ ਆ।
ਗੁਰੂ ਦਰਬਾਰ ਦੇ ਵਿੱਚ ਇਹ ਥੋੜੀ ਵੀ ਇਹਦੀ ਆ ਲਾਈਨ ਇਸ ਧਰਮ ਵਾਲੇ ਦੀ ਇਸ ਫਲਾਣੀ ਜਾਤ ਦੀ ਲਾਈਨ ਹੈ ਫਲਾਣੀ ਨਹੀਂ। ਇੱਥੇ ਸਰਬ ਸਾਂਝੀ ਵਾਰਤਾ ਹੈ। ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚਹੁ ਵਰਨਾ ਕੋ ਸਾਂਝਾ। ਇੱਕੋ ਹੀ ਉਪਦੇਸ਼ ਸੀ ਉਦੋਂ ਆਇਆ। ਉਹ ਹਿੰਦੂ ਵਾਸਤੇ ਵੀ ਸੀ, ਮੁਸਲਮਾਨ ਵਾਸਤੇ ਵੀ ਸੀ, ਸਿੱਖਾਂ ਵਾਸਤੇ ਵੀ ਸੀ। ਜਿਹੜਾ ਇੱਕੋ ਹੀ ਹੁਕਮ ਬਾਬਾ ਬੁੱਢਾ ਜੀ ਨੇ ਸੁਣਾਇਆ ਸੀ, ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ। ਉਤੇ ਥੋੜੀ ਮਾਰੇ ਕਹਿੰਦੇ ਹੁਣ 4 ਦਰਵਾਜ਼ੇ ਨੇ ਤੇ 4 ਹੁਕਮ ਸੁਣਾਓ, ਨਹੀਂ, ਇੱਕੋ ਹੀ ਹੁਕਮ ਸਾਰਿਆਂ ਲਈ ਸੀ। ਇਸ ਲਈ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਵੀ ਜਿਹੜਾ ਰੱਬੀ ਬਾਣੀ ਦਾ ਅਸੀਂ ਪ੍ਰਚਾਰ ਕਰਦੇ ਹਾਂ ਉਹ ਵੰਡੀਆਂ ਹੋਈਆਂ ਨੇ, ਉਹਨਾਂ ਨੂੰ ਇੱਕ ਕਰਨ ਵਾਸਤੇ ਆ। ਉਹਨਾਂ ਵਿੱਚੋਂ ਨਫ਼ਰਤ ਈਰਖਾ ਨੂੰ ਮਿਟਾ ਕੇ ਇੱਕ ਓੰਕਾਰ ਦੇ ਨਾਲ ਜੁੜਨ ਵਾਸਤੇ ਹੈ। ਹਰ ਦੋਨੋਂ ਕੇ ਪਦਕ ਪੀ ਨਹੀਂ ਬਾਤ ਕੀ ਗਾਤ। ਤੇ ਜਦੋਂ ਦੋਨੋਂ ਇੱਕ ਸਮਝ ਲੈਣਗੇ ਵੀ ਮੇਰਾ ਵੀ ਰੱਬ ਉਹੀ ਹੈ, ਇਹਦਾ ਵੀ ਰੱਬ ਉਹੀ ਹੈ, ਤੇ ਫਿਰ ਉੱਥੇ ਝਗੜੇ ਆਪੇ ਹੀ ਮੁੱਕ ਜਾਣੇ ਆ। ਜਦੋਂ ਪਤਾ ਲੱਗੇਗਾ ਵੀ ਇਹਦਾ ਵੀ ਮਾਈ ਬਾਪ ਉਹੀ ਹੈ, ਮੇਰਾ ਵੀ ਮਾਈ ਬਾਪ ਉਹੀ ਹੈ, ਉੱਥੇ ਫਿਰ ਸਾਰੇ ਝਗੜੇ ਮੁੱਕ ਜਾਂਦੇ ਹਨ। ਹੁਕਮ ਜਾਣ ਸਾਹਿਬ ਪ੍ਰਭੂ ਦੁਖ ਸੁਖ ਜਿਮ ਬਣ ਆਏ। ਜਦੋਂ ਉਹ ਮਾਲਕ ਦੇ ਹੁਕਮ ਨੂੰ, ਸਾਹਿਬ ਦੇ ਹੁਕਮ ਨੂੰ ਸਮਝ ਲੈਂਦਾ ਹੈ ਕਿ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਅਸੀਂ ਸਾਰੇ ਉਹਦੇ ਇੱਕ ਦੇ ਹੀ ਹੁਕਮ ਦੇ ਵਿੱਚ ਆ, ਉਦੋਂ ਫਿਰ ਅਸੀਂ ਦੁੱਖ ਹੋਵੇ ਸੁੱਖ ਹੋਵੇ ਭਟਕਦੇ ਨਹੀਂ, ਸਗੋਂ ਇੱਕ ਨਾਲ ਹੀ ਜੁੜੇ ਰਹਿੰਦੇ ਹਾਂ। ਹਰਕਤ ਰਹਿ ਸਦੀ ਵਹੀ ਦੋਸ਼ ਨਹੀਂ ਹਰ ਪਾਏ। ਉਹ ਫਿਰ ਕਿਸੇ ਉੱਤੇ ਦੋਸ਼ ਨਹੀਂ ਹੁੰਦਾ, ਉਹ ਕੇਵਲ ਇੱਕ ਨਾਲ ਹੀ ਜੁੜਿਆ ਰਹਿੰਦਾ। ਜੇ ਸੁਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਧਿਆਈ। ਭਾਵੇਂ ਉਹਨੂੰ ਰਾਮ ਕਹਿ ਲਓ, ਰਹੀਮ ਕਹਿ ਲਓ, ਅੱਲਾ ਕਹਿ ਲਓ, ਉਹਨੂੰ ਤੁਸੀਂ ਕਿਰਪਾਲੂ ਕਹਿ ਲਓ, ਗੋਪਾਲ ਕਹਿ ਲਓ, ਗੋਬਿੰਦ ਕਹਿ ਲਓ, ਠਾਕੁਰ ਕਹਿ ਲਓ, ਉਹਨੂੰ ਬਿਠਲ ਕਹਿ ਲਓ, ਸਾਰੇ ਨਾਮ ਗੁਰੂ ਗ੍ਰੰਥ ਸਾਹਿਬ ਵਿੱਚ ਆਏ ਆ। ਸਾਹਿਬ ਜੀ ਕਹਿੰਦੇ ਆ ਜਦੋਂ ਇੱਕ ਨਾਲ ਅਸੀਂ ਜੁੜ ਜਾਾਂਗੇ ਤੇ ਸਦਾ ਅੰਦਰ ਖੁਸ਼ੀ ਤੇ ਖੇੜਾ ਬਣਿਆ ਰਹਿੰਦਾ। ਜਿਹਨੇ ਗੁਰਬਾਣੀ ਨੂੰ ਪੜ੍ਹ ਕੇ ਸਮਝ ਲਿਆ ਤੇ ਮਨ ਵਿੱਚੋਂ ਨਫ਼ਰਤ ਈਰਖਾ ਮਿਟਾ ਦਿੱਤੀ, ਉਹ ਸਦਾ ਆਨੰਦ ਵਿੱਚ ਰਹਿੰਦਾ ਹੈ, ਉਹ ਸਦਾ ਖਿੜਿਆ ਰਹਿੰਦਾ ਹੈ। ਪਰ ਦੁਖਾਂਤ ਹੈ ਸਾਡਾ, ਅਸੀਂ ਹਜੇ ਆਪ ਹੀ ਨਹੀਂ ਸਮਝ ਸਕੇ, ਅਸੀਂ ਦੂਜਿਆਂ ਨੂੰ ਕੀ ਸਮਝਾਉਣਾ, ਕਿਉਂਕਿ ਅਜੇ ਤੇ ਅਸੀਂ ਆਪਸ ਵਿੱਚ ਹੀ ਲੜ ਰਹੇ ਹਾਂ। ਆਪਣੀ ਆਪਣੀ ਸੰਸਥਾ, ਆਪਣੀ ਆਪਣੀ ਸੁਸਾਇਟੀ, ਆਪਣੇ ਆਪਣੇ ਧੜੇ ਬਣਾ ਕੇ ਇੱਕ ਦੂਜੇ ਪ੍ਰਤੀ ਨਫ਼ਰਤ ਹੀ ਇੰਨੀ ਪਾਲ ਕੇ ਬੈਠੇ ਹਾਂ। ਅਸੀਂ ਇੱਕ ਮੰਚ ਤੇ ਇਕੱਠੇ ਆਪ ਨਹੀਂ ਹੋ ਸਕਦੇ, ਅਸੀਂ ਪੂਰੀ ਦੁਨੀਆ ਨੂੰ ਇਕੱਠਾ ਕਿੱਥੋਂ ਕਰ ਲਾਂਗੇ। ਅੱਜ ਲੋੜ ਹੈ ਆਪਣੇ ਆਪਣੇ ਅਸੀਂ ਧੜੇ ਜਿਹੜੇ ਆ ਇਹਨੂੰ ਖਤਮ ਕਰਕੇ ਆਪਣੇ ਆਪਣੇ ਬਣਾਏ ਹੋਏ ਰਾਹਾਂ ਨੂੰ ਸੰਕੋਚ ਕੇ ਇੱਕ ਗੁਰੂ ਗ੍ਰੰਥ ਸਾਹਿਬ ਜੀ ਦੀ ਰੋਸ਼ਨੀ ਵਿੱਚ ਚਲੀਏ, ਗੁਰੂ ਗ੍ਰੰਥ ਸਾਹਿਬ ਜੀ ਦੇ ਗਿਆਨ ਵਿੱਚ, ਪ੍ਰਕਾਸ਼ ਵਿੱਚ ਚਲੀਏ, ਫਿਰ ਅਸੀਂ ਪੂਰੀ ਦੁਨੀਆ ਨੂੰ ਇੱਕ ਕਰ ਸਕਾਂਗੇ। ਨਹੀਂ ਤੇ ਬੜਾ ਔਖਾ ਹੈ। ਸਤਿਗੁਰੂ ਜੀ ਬਾਦਸ਼ਾਹ ਦੇ ਦਰਬਾਰ ਵਿੱਚ ਇਹ ਬਾਣੀ ਜਿਹੜੀ ਆ ਸੁਣਾ ਕੇ ਉਹਨਾਂ ਨੂੰ ਸਮਝਾ ਰਹੇ ਹਨ। ਸਤ ਨਾਮ ਕੋ ਸਿਮਰਨੋ ਤਿਆਗਣ ਤਨ ਅਭਿਆਸ। ਸਾਹਿਬ ਜੀ ਕਹਿੰਦੇ ਜਦੋਂ ਅਸੀਂ ਬਾਣੀ ਵਿੱਚੋਂ ਦੀ ਆਵਾਜ਼ਾਂ ਦਿੰਦੇ ਆ ਨਾ, ਉੱਥੇ ਇਹ ਨਹੀਂ ਕਹਿੰਦੇ ਵੀ ਤੁਸੀਂ ਜਿਹੜੇ ਧਰਮਾਂ ਦੇ ਲੋਕ ਉਹ ਸੁਣ ਲਓ, ਨਹੀਂ, ਸਰਬ ਸਾਂਝੀ ਆਵਾਜ਼ ਹੈ। ਜਪ ਮਨ ਸਤਨਾਮ ਸਦਾ ਸਤਨਾਮ, ਹਰ ਇੱਕ ਨੂੰ ਮਨ ਦੇ ਤਲ ਤੇ ਸਮਝਾਇਆ, ਤਨ ਦੇ ਤਲ ਉੱਤੇ ਨਹੀਂ। ਇਸ ਲਈ ਸਾਹਿਬ ਕਹਿੰਦੇ ਸਭਨਾਂ ਨੂੰ ਸਾਂਝਾ ਉਪਦੇਸ਼ ਹੈ। ਸਤਨਾਮ ਕੋ ਸਿਮਰਨੋ ਤਿਆਗਨ ਤਨ ਅਭਿਆਸ। ਇਹ ਜਿਹੜੇ ਬਾਹਰ ਦੇ ਤੁਸੀਂ ਵੰਡੀਆਂ ਪਾ ਕੇ ਤਨ ਦੇ ਅਭਿਆਸ ਕਰਦੇ ਹੋ, ਇਹਨੂੰ ਛੱਡ ਕੇ ਮਨ ਕਰਕੇ ਸੱਚੇ ਨਾਮ ਦਾ ਅਭਿਆਸ ਕਰੋ। ਤਿਨੋ ਤੇ ਪ੍ਰਭ ਕੋ ਮਿਲੇ ਹੋਏ ਬ੍ਰਹਮ ਗਿਆਨ ਪ੍ਰਕਾਸ਼। ਜਿਨ੍ਹਾਂ ਨੇ ਤਨ ਦਾ ਅਭਿਆਸ ਛੱਡ ਕੇ ਮਨ ਕਰਕੇ ਸੱਚੇ ਦੇ ਨਾਮ ਦਾ ਸਿਮਰਨ ਕੀਤਾ, ਤਿੰਨੋਂ ਉਹਨਾਂ ਨੂੰ ਪ੍ਰਭੂ ਦਾ ਮਿਲਾਪ ਹੋਇਆ। ਜਿਹਨੂੰ ਪ੍ਰਭੂ ਦਾ ਮਿਲਾਪ ਹੋਇਆ ਉਹਨੇ ਫਿਰ ਬ੍ਰਹਿਮੰਡ ਦੇ ਵਿੱਚ ਬ੍ਰਹਮ ਨੂੰ ਸਮਝ ਲਿਆ। ਇਹ ਬ੍ਰਹਮ ਦੀ ਬਾਣੀ ਹੈ, ਬ੍ਰਹਮ ਨੂੰ ਸਮਝਾਉਣ ਵਾਸਤੇ ਦਿੱਤੀ ਹੈ ਤਾਂ ਕਿ ਪੂਰੇ ਬ੍ਰਹਿਮੰਡ ਦੀ ਵੀ ਤੇ ਬ੍ਰਹਮ ਦੀ ਵੀ ਸਮਝ ਆ ਜਾਏ। ਉਹ ਤਾਂ ਸਾਨੂੰ ਤੁਹਾਨੂੰ ਆਏਗੀ ਜੇ ਅੰਦਰ ਕਿਤੇ ਭਗਤੀ ਦਾ ਜਾਗ ਲੱਗੇਗਾ। ਅਰਦਾਸ ਕਰੋ, ਕਿਸੇ ਵੀ ਧਰਮ ਵਰਗ ਦੇ ਹੋ, ਕਿਤੋਂ ਵੀ ਆਏ ਹੋ, ਕੋਈ ਵੀ ਬੋਲੀ ਬੋਲਦੇ ਹੋ, ਇੱਥੇ ਤਾਂ ਸਿਰਫ ਪਿਆਰ ਭਾਵਨਾ ਨਾਲ ਰਲ ਮਿਲ ਕੇ ਆਪਾਂ ਇੱਕੋ ਹੀ ਬੇਨਤੀ ਸਾਰਿਆਂ ਨੇ ਕਰਨੀ ਹੈ। ਆਪਣੀ ਭਗਤੀ ਲਾਏ, 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 ਆਪਣੀ ਭਗਤੀ ਲਾਏ। ਫਿਰਤ ਫਿਰਤ ਪ੍ਰਭ ਆਇਆ, ਫਿਰਤ ਫਿਰਤ ਪ੍ਰਭ ਆਇਆ, ਫਿਰਤ ਫਿਰਤ ਪ੍ਰਭ ਆਇਆ, ਫਿਰਤ ਫਿਰਤ ਪ੍ਰਭ ਆਇਆ। ਪਰਿਆ ਤਉ ਸ਼ਰਨਾਏ, ਪਰਿਆ ਤਉ ਸ਼ਰਨਾਏ, ਪਰਿਆ ਤਉ ਸਰਨਾਏ, ਪਰਿਆ ਤਉ ਸਰਨਾਏ। ਨਾਨਕ ਕੀ ਪ੍ਰਭ ਬੇਨਤੀ, ਨਾਨਕ ਕੀ ਪ੍ਰਭ ਬੇਨਤੀ, ਨਾਨਕ ਕੀ ਪ੍ਰਭ ਬੇਨਤੀ, ਨਾਨਕ ਕੀ ਪ੍ਰਭ ਬੇਨਤੀ। ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ। ਗੁਰੂ ਪਾਤਸ਼ਾਹ ਜੀ ਮਿਹਰਮਤ ਕਰਨ, ਸਾਨੂੰ ਸਭਨਾਂ ਨੂੰ ਸਰਬ ਸਾਂਝੇ ਤੌਰ ਤੇ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦੀ ਸੋਝੀ ਆ ਜਾਏ। ਬੇਨਤੀ ਕਰੋ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ, ਤਾਂ ਕਿ ਲੋਕ ਸੁਖੀਏ ਪਰਲੋਕ ਸੋਹਿਲੇ ਨਾਨਕ ਹਰਿ ਪ੍ਰਭ ਆਪੇ ਮਿਲੇ ਜੀਵਨ ਬਣ ਸਕੇ। ਆਪ ਵੀ ਜੁੜੀਏ, ਹੋਰਾਂ ਨੂੰ ਵੀ ਗੁਰੂ ਦਰ ਗੁਰੂ ਘਰ ਨਾਲ ਜੋੜੋ, ਬਾਣੀ ਬਾਣੀ ਦੇ ਧਾਰਨੀ ਬਣੋ। ਅੱਜ ਦੀਆਂ ਵਿਚਾਰਾਂ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਸਤਿਗੁਰੂ ਜੀ ਬਖਸ਼ ਦੇਣ, ਅੱਗੇ ਤੋਂ ਸਮੱਤ ਦੇਣ। ਇਸੇ ਤਰ੍ਹਾਂ ਬੜੇ ਪਿਆਰ ਸਤਿਕਾਰ ਨਾਲ ਬੈਠ ਕੇ ਗੁਰਬਾਣੀ ਕੀਰਤਨ ਦਾ ਆਪ ਜੀਆਂ ਨੇ ਲਾਹਾ ਪ੍ਰਾਪਤ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।